ਜਿਵੇਂ ਦੱਸਿਆ ਕਿ ਜਿਹੜੀ ਸ਼ਰਾਬ ਵੰਡਣ ਦੀ ਗੱਲ ਆ, ਆਮ ਬੰਦੇ ਅੰਦਾਜ਼ਾ ਲਾਉਂਦੇ ਆ ਕਿ ਸ਼ਾਇਦ ਪੇਟੀਆਂ ਜਾਂਦੀਆਂ ਹੋਣ ਲੋਕਾਂ ਦੇ ਘਰਾਂ ਦੇ ਵਿੱਚ। ਇਹ ਬਿਲਕੁਲ ਨਹੀਂ ਹੁੰਦਾ। ਇਹ ਸਿਰਫ ਸਲਿਪਸ ਵੰਡੀਆਂ ਜਾਂਦੀਆਂ। ਇਹ ਮੈਨੂੰ ਪਹਿਲੀ ਵਾਰੀ ਪਤਾ ਲੱਗਾ। ਸਲਿਪਸ ਪਰਚੀ ਦਿੱਤੀ ਜਾਂਦੀ ਹੈ, ਔਰ ਪਰਚੀ ਦੇ ਉੱਤੇ ਜੇ ਇੱਕ ਲਿਖਿਆ ਵਾ ਤੇ ਇਹਦਾ ਮਤਲਬ ਇੱਕ ਪੇਟੀ। ਜਿਹੜੇ ਐਂਬੂਲੈਂਸਿਸ ਹੁੰਦੀਆਂ ਵਾ ਉਹਨਾਂ ਦੇ ਵਿੱਚ ਵੀ ਪੈਸੇ ਔਰ ਸ਼ਰਾਬ ਵੰਡੇ ਗਏ, ਕਿਉਂਕਿ ਐਂਬੂਲੈਂਸ ਦੀ ਨਾਰਮਲੀ ਚੈਕਿੰਗ ਨਹੀਂ ਹੁੰਦੀ। ਉਹ ਹੂਟਰ ਵੱਜਣ ਲੱਗ ਪੈਂਦਾ ਵੀ ਸ਼ਾਇਦ ਕੋਈ ਮਰੀਜ਼ ਲੈ ਕੇ ਜਾ ਰਿਹਾ। ਪਹਿਲਾਂ ਅਮਰਿੰਦਰ ਸਿੰਘ ਵੇਲੇ ਔਰ ਫਿਰ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੇਲੇ ਜਿੰਨੀ ਮਦਦ ਉਹਨਾਂ ਨੇ ਇਸ ਕਿਸਾਨ ਅੰਦੋਲਨ ਦੀ ਕੀਤੀ ਆ, ਜੇ ਉਹ ਨਾ ਕਰਦੇ ਤੇ ਸ਼ਾਇਦ ਕਿਸਾਨ ਅੰਦੋਲਨ ਇਸ ਹੱਦ ਤੱਕ ਕਾਮਯਾਬ ਸ਼ਾਇਦ ਨਹੀਂ ਸੀ ਹੋ ਸਕਣਾ। ਸਿੱਧੂ ਲਾਸਟ ਕੈਂਪੇਨ ਕਰਕੇ ਗਿਆ ਵਾ ਅਮਰਗੜ੍ਹ ਦੇ ਵਿੱਚ, ਜਿਹੜਾ ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ ਆ, ਸਿਮਰਨਜੀਤ ਮਾਨ ਦੇ ਹੱਕ ਦੇ ਵਿੱਚ। ਹਾਂਜੀ, ਔਰ ਉਹ ਭਾਸ਼ਣ ਜਿਹੜਾ ਵਾ ਉਹ ਇੱਕ ਇਤਿਹਾਸਿਕ ਭਾਸ਼ਣ ਬਣ ਗਿਆ। इश्तिहार है तब व्यापार है। अपना बिजनेस प्रमोट करने लिए संपर्क करो 647 400 68 647 400 6862 जी मीडिया ग्रुप। ਸੰਧੂ ਸਾਹਿਬ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ ਹਰਜਿੰਦਰ, ਸਤਿ ਸ੍ਰੀ ਅਕਾਲ, ਔਰ ਤੁਹਾਡੇ ਸਾਰੇ ਰਮਜ਼ ਪੰਜਾਬੀ ਦੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਸੰਧੂ ਸਾਹਿਬ, ਅੱਜ ਪਹਿਲਾਂ ਓਪਨਿੰਗ ਰਿਮਾਰਕਸ ਤੋਂ ਹੀ ਸ਼ੁਰੂ ਕਰੀਏ। ਹੁਣ ਅੱਜ 17 ਤਰੀਕ ਆਪਣੇ ਕੋਲ ਇੱਥੇ, ਤੇ 17 ਦੀ ਰਾਤ ਹੋ ਗਈ ਹੈ ਪੰਜਾਬ ਦੇ ਵਿੱਚ। ਤੇ ਜਦੋਂ ਆਪਾਂ ਇਹ ਗੱਲਬਾਤ ਕਰ ਰਹੇ ਹਾਂ, ਹੁਣ ਤੱਕ ਦਾ ਓਵਰਆਲ ਜਿਹੜਾ ਫੀਡਬੈਕ ਤੁਹਾਡੇ ਕੋਲ ਵੱਖ-ਵੱਖ ਸੋਰਸਿਸ ਤੋਂ ਕੀ ਪਹੁੰਚ ਰਿਹਾ ਜੀ ਅੱਜ ਦੀ, ਜੇ ਅਸੀਂ ਇੱਕ ਨਟਸ਼ੈਲ ਦੇ ਵਿੱਚ ਹਾਈਲਾਈਟਸ ਦੇ ਰੂਪ ਦੇ ਵਿੱਚ ਭੂਮਿਕਾ ਸ਼ੁਰੂ ਕਰਨੀ ਹੋਵੇ? ਹਰਜਿੰਦਰ, ਆਪਾਂ ਜਿਵੇਂ ਅੱਗੇ ਵੀ ਗੱਲ ਕੀਤੀ ਹੈ, ਐਰਕੀ ਕਿਉਂਕਿ ਇਲੈਕਸ਼ਨ ਬਿਲਕੁਲ ਫਰਕ ਇਲੈਕਸ਼ਨ ਹੈ ਪਹਿਲਾਂ ਨਾਲੋਂ। 5 ਤਰਫਾ ਇਲੈਕਸ਼ਨ ਹੈ। ਨਾਰਮਲੀ ਟ੍ਰਾਇੰਗੂਲਰ ਕੰਟੈਸਟ ਹੁੰਦੇ ਆ ਜਾਂ ਡਾਇਰੈਕਟ ਇਲੈਕਸ਼ਨ ਹੁੰਦੀ ਹੈ, ਔਰ ਐਰਕੀ 5 ਤਰਫਾ ਕੰਟੈਸਟ ਆ। ਸੋ ਇਸ ਕਰਕੇ ਇਹ ਪਹਿਲੀ ਇਲੈਕਸ਼ਨ ਹੈ ਜਿਹਦੇ ਵਿੱਚ ਬਿਲਕੁਲ ਹੀ ਕਹਿਣਾ ਮੁਸ਼ਕਿਲ ਆ ਕਿ ਕਿੱਧਰ ਨੂੰ ਹਵਾ ਵਗ ਰਹੀ ਆ, ਕਿਉਂਕਿ ਜਿਹੜੇ 5 ਪਾਰਟੀਆਂ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨੇ, ਉਹ ਜਿੱਤਣ ਦੀ ਹਾਲਤ ਭਾਵੇਂ ਨਹੀਂ, ਪਰ ਉਹ ਵੋਟ ਕੱਟਣ ਦੀ ਹਾਲਤ ਦੇ ਵਿੱਚ ਬਹੁਤ ਭੂਮਿਕਾ ਨਿਭਾ ਸਕਦੀਆਂ ਵਾ। ਸੋ ਬਿਲਕੁਲ ਹੁਣ ਲਾਸਟ ਇੱਕ ਤਰੀਕੇ ਨਾਲ 2 ਦਿਨ ਹੀ ਰਹਿ ਗਏ ਆ। ਅੱਜ ਔਰ ਕੱਲ ਉੱਥੇ ਰੋਡ ਸ਼ੋਅ ਹੋ ਰਹੇ ਆ, ਔਰ ਰੈਲੀਆਂ, ਲਾਸਟ ਰੈਲੀਆਂ ਜਿਹੜੀਆਂ ਵਾ, ਕਿਉਂਕਿ 18 ਨੂੰ ਤੋਂ ਬਾਅਦ ਫਿਰ ਰੈਲੀਆਂ ਬੰਦ ਹੋ ਜਾਂਦੀਆਂ ਵਾ। ਸੋ ਇਸ ਵੇਲੇ ਰੋਡ ਸ਼ੋਅ ਕੱਢੇ ਜਾ ਰਹੇ ਆ, ਔਰ ਲਾਸਟ ਐਫਰਟ ਜਿਹੜੇ ਆ ਉਹ ਕੀਤੇ ਜਾ ਰਹੇ। ਔਰ ਇਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਲਾਸਟ ਇੱਕ ਦਿਨ ਰਹਿ ਜਾਂਦਾ ਜਿੱਦਣ ਕੈਂਪੇਨਿੰਗ ਨਹੀਂ ਹੁੰਦੀ, ਸਿਰਫ ਡੋਰ ਟੂ ਡੋਰ ਕੈਂਪੇਨਿੰਗ ਕਰ ਸਕਦੇ ਜੇ, ਉਦੋਂ ਫਿਰ ਦੂਸਰੇ ਹੱਥ ਕੰਡੇ ਵੀ ਪਾਰਟੀਆਂ ਹੁਣ ਤੱਕ ਅਪਣਾਉਂਦੀਆਂ ਰਹੀਆਂ ਵਾ। ਦੇਖਦੇ ਹਾਂ ਇਸ ਇਲੈਕਸ਼ਨ 'ਚ ਹੈ ਕਿ ਨਹੀਂ। ਮੇਰਾ ਕਹਿਣ ਦਾ ਭਾਵ ਆ ਕਿ ਜਿਹੜੇ ਸ਼ਰਾਬ ਔਰ ਪੈਸੇ ਵੰਡੇ ਜਾਂਦੇ ਆ ਲਾਸਟ ਮੂਮੈਂਟ ਦੇ ਉੱਤੇ। ਹਾਂਜੀ, ਅੱਛਾ, ਉਹਦੀ ਵੀ ਗੱਲ ਆਪਾਂ ਸੰਧੂ ਸਾਹਿਬ ਡੈਫੀਨੇਟਲੀ ਉਹੀ ਅੱਜ ਜਿਹੜੇ ਸਟ੍ਰੈਟਜੀਜ਼ ਦੀ ਆਪਾਂ ਗੱਲ ਕਰੀ, ਜਿੱਥੇ ਆਪਾਂ ਕਹੀਦਾ ਨਾ ਕਈ ਵਾਰੀ ਜਿਹੜੇ ਇੱਕ ਤਾਂ ਨੀਤੀ ਘਾੜੇ ਕੰਮ ਕਰਦੇ, ਆਪਾਂ ਕਹੀਦਾ ਕਿ ਹਾਂ ਯਾਰ ਆ ਸਾਡੇ ਜਿਹੜੇ ਕੋਈ ਪਾਲਿਸੀ ਮੇਕਰਸ ਨੇ ਉਹ ਕੰਮ ਕਰ ਰਹੇ ਨੇ, ਸਰਕਾਰਾਂ ਨੂੰ ਸੁਚੱਜੇ ਢੰਗ ਨਾਲ ਵਧੀਆ ਤਰੀਕੇ ਨਾਲ ਕਿਵੇਂ ਚਲਾਉਣਾ। ਇੱਥੇ ਜਿਹੜਾ ਲੋਕਲ ਲੈਵਲ ਦੇ ਉੱਪਰ ਜਿਹੜੇ ਨੀਤੀ ਘਾੜੇ ਹੁੰਦੇ ਨੇ, ਉਹਨਾਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੁੰਦਾ ਹੈ ਕਿ ਇੱਕ ਵੋਟ ਨੂੰ ਆਪਣੇ ਹੱਕ 'ਚ ਭੁਗਤਾਉਣ ਦੇ ਲਈ ਕਿਹੜੀ ਨੀਤੀ ਬਣਾਉਣੀ ਹੈ, ਚਾਹੇ ਉਹ ਪੈਸਾ ਦੇ ਕੇ, ਚਾਹੇ ਉਹ ਲਾਲਚ ਦੇ ਕੇ, ਚਾਹੇ ਉਹ ਦਾਰੂ ਦੇ ਨਾਲ, ਚਾਹੇ ਉਹ ਡਰਾਉਣ ਦੇ ਨਾਲ। ਉਹ ਵੀ ਹੱਥ ਕੰਡੇ ਜਿਹੜੇ ਆਪਾਂ ਥੋੜ੍ਹਾ ਜਿਹਾ ਹੋਰ ਉਹਨਾਂ ਨੂੰ ਅੱਗੇ ਤੋਰਾਂਗੇ। ਪਰ ਆਖਰੀ ਦਿਨ ਦਾ ਜਿਹੜਾ ਕੱਲ੍ਹ ਦੇ ਦਿਨ ਦਾ ਜੇ ਤੁਸੀਂ ਜ਼ਿਕਰ ਕਰੋ ਥੋੜ੍ਹਾ, ਜਿਹੜੀਆਂ ਟੈਕਨੀਕੈਲਿਟੀਜ਼ ਦੇ ਤੌਰ 'ਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜੀਆਂ ਖੁੱਲ੍ਹਾਂ ਮਿਲੀਆਂ ਹੋਈਆਂ ਨੇ, ਜਾਂ ਜਿਹੜੀਆਂ ਬਾਅਦ 'ਚ ਪਾਬੰਦੀਆਂ ਲੱਗ ਜਾਣੀਆਂ, ਉਹ ਕੀ ਚੀਜ਼ਾਂ ਹੁੰਦੀਆਂ ਜਿਹੜੀਆਂ ਪਾਰਟੀਜ਼ ਜਾਂ ਕੈਂਡੀਡੇਟਸ ਬਹੁਤ ਜ਼ਿਆਦਾ ਕਲੋਜ਼ਲੀ ਖਿਆਲ ਰੱਖਦੇ ਕਿ ਯਾਰ ਇੱਦਾਂ ਦੇ ਹੁਣ ਆਖਰੀ ਮੂਮੈਂਟ 'ਤੇ ਜਾ ਕੇ ਕੋਈ ਗਲਤੀ ਨਾ ਕਰ ਲਈਏ? ਤੁਸੀਂ ਖੁਦ ਇਲੈਕਸ਼ਨਸ ਦੇ ਨਾਲ ਵੀ ਜੁੜੇ ਰਹੇ ਹੋ, ਮੀਡੀਆ ਦੇ ਵਿੱਚ ਤੁਹਾਡਾ ਲੰਬਾ ਐਕਸਪੀਰੀਅੰਸ ਰਿਹਾ, ਔਰ ਪਾਲਿਸੀ ਮੇਕਰਸ ਦੇ ਤੌਰ ਦੇ ਉੱਤੇ, ਮੈਨੀਫੈਸਟੋ ਮੇਕਰਸ ਦੇ ਤੌਰ 'ਤੇ ਤੁਸੀਂ ਆਪਣੀ ਭੂਮਿਕਾ ਨਿਭਾਈ ਹੈ। ਕੋਈ ਇਹੋ ਜਿਹੀਆਂ ਗੱਲਾਂ ਦੱਸਣੀਆਂ ਚਾਹੋ ਜਿਹੜੇ ਸਾਡੇ ਸਰੋਤੇ ਕਦੀ ਬਹੁਤਾ ਕਿਸੇ ਨੇ ਡਿਸਕਸ ਨਾ ਕੀਤੀਆਂ ਹੋਣ? ਇੱਕ ਤੇ ਤੁਹਾਨੂੰ ਪਤਾ ਹੀ ਆ ਕਿ ਅਸੈਂਬਲੀ ਇਲੈਕਸ਼ਨ ਦੀ ਜਿਹੜੀ ਟੋਟਲ ਲਿਮਿਟ ਆ ਹਰ ਉਮੀਦਵਾਰ ਦੀ, ਉਹ ਪਹਿਲਾਂ 27 ਲੱਖ ਸੀਗੀ ਜਦੋਂ ਮੈਂ ਚੋਣਾਂ ਲੜੀਆਂ ਵਾ 17 ਦੇ ਵਿੱਚ, ਔਰ ਹੁਣ ਉਹ 40 ਲੱਖ ਕਰਤੀ ਗਈ ਹੈ। ਸੋ ਇੱਕ ਤੇ ਸਾਰੀਆਂ ਪਾਰਟੀਆਂ ਨੂੰ ਇਹ ਲਾਸਟ ਮੂਮੈਂਟ ਤੇ ਬਹੁਤ ਖਿਆਲ ਰੱਖਣਾ ਪੈਂਦਾ ਕਿ ਅਸੀਂ ਉਹ 40 ਲੱਖ ਵਾਲੀ ਲਿਮਿਟ ਕਿਤੇ ਕ੍ਰਾਸ ਨਾ ਕਰ ਜਾਈਏ, ਕਿਉਂਕਿ ਹਰ ਉਮੀਦਵਾਰ ਦੇ ਉੱਤੇ ਚੋਣ ਕਮਿਸ਼ਨ ਵੱਲੋਂ ਕੁਝ ਆਫਿਸਰਸ ਦੀ ਡਿਊਟੀ ਨਿਗਰਾਨੀ ਵਾਸਤੇ ਲਾਈ ਹੁੰਦੀ ਹੈ, ਕੁਝ ਲੋਕਲ ਅਫੀਸ਼ੀਅਲਸ ਹੁੰਦੇ ਆ, ਔਰ ਕੁਝ ਬਾਹਰੋਂ IAS ਅਫਸਰ ਜਾਂ IPS ਅਫਸਰ ਜਿਹੜੇ ਦੂਜੀਆਂ ਸਟੇਟਾਂ 'ਚ ਉੱਥੇ ਲਾਏ ਗਏ ਹੁੰਦੇ ਆ। ਸੋ ਹਰ ਮੀਟਿੰਗ ਦੇ ਵਿੱਚ ਜਦੋਂ ਤੁਸੀਂ ਜਾਂਦੇ ਜੇ, ਉਹ ਤੁਹਾਡੀ ਵੀਡੀਓਗ੍ਰਾਫੀ ਕਰਦੇ ਆ, ਔਰ ਫਿਰ ਰੋਜ਼ ਹਿਸਾਬ ਲਾਉਂਦੇ ਆ ਵੀ ਕਿੰਨਾ ਖਰਚ ਹੋਇਆ। ਹੁਣ ਜਿਵੇਂ ਰੋਡ ਸ਼ੋਅ ਕੱਢੇ ਆ, ਤੇ ਰੋਡ ਸ਼ੋਅ ਦਾ ਹੋ ਸਕਦਾ ਕਿਸੇ ਦਾ 5 ਜਾਂ 10 ਲੱਖ ਜਾਂ 15 ਲੱਖ ਇੱਕੋ ਦਿਨ ਦਾ ਖਰਚ ਹੋ ਜਾਵੇ। ਸੋ ਇਹ ਸਾਰੀਆਂ ਗੱਲਾਂ, ਔਰ ਜਦੋਂ ਰੈਲੀਜ਼ ਵਗੈਰਾ ਕਰੀਦੀਆਂ ਵਾ ਉਦੋਂ ਇਹ ਵੀ ਹਿਸਾਬ ਲਾਉਂਦੇ ਆ ਵੀ ਕਿੰਨੇ ਕੱਪ ਚਾਹ ਸੀਗੇ, ਕਿੰਨੀ ਮਿਠਾਈ ਵਰਤੀ ਗਈ, ਉਹਦਾ ਕਿੰਨਾ ਪੈਸਾ ਖਰਚ ਹੋਇਆ। ਸੋ ਇਸ ਕਰਕੇ ਪਾਰਟੀਆਂ ਨੂੰ ਇਹ ਲਾਸਟ ਮੂਮੈਂਟ ਬਹੁਤ ਖਿਆਲ ਰੱਖਣਾ ਪੈਂਦਾ ਵਾ ਕਿ ਕਿਤੇ ਅਸੀਂ ਇਹ ਲਿਮਿਟ ਨਾ ਕ੍ਰਾਸ ਕਰ ਜਾਈਏ।
ਔਰ ਕਿਵੇਂ ਔਰ ਪਾਰਟੀਜ਼ ਉਮੀਦਵਾਰਾਂ ਵਾਸਤੇ ਇੱਕ ਚੈਲੰਜ ਇਹ ਹੁੰਦੀ ਹੈ, ਚੁਣੌਤੀ ਇਹ ਹੁੰਦੀ ਆ ਵੀ ਜਿਹੜੇ ਇਹ ਅਫੀਸ਼ੀਅਲਸ ਨਿਗਰਾਨੀ ਉਹਨਾਂ ਤੇ ਰੱਖ ਰਹੇ ਆ ਉਹਨਾਂ ਨੂੰ ਅਸੀਂ ਹੁੱਡਵਿੰਗ ਕਿਵੇਂ ਕਰ ਸਕੀਏ, ਉਹਨਾਂ ਦੀ ਅੱਖਾਂ ਤੋਂ ਓਲੇ ਅਸੀਂ ਕਿਵੇਂ ਆਪਣੀ ਕਾਰਵਾਈ ਜਿਹੜੀ ਆ ਉਹ ਕਰ ਸਕਦੇ ਹਾਂ। ਔਰ ਫਿਰ ਮੈਂ ਜਿਵੇਂ ਦੱਸਿਆ ਕਿ ਜਿਹੜੀ ਸ਼ਰਾਬ ਵੰਡਣ ਦੀ ਗੱਲ ਆ, ਆਮ ਬੰਦੇ ਅੰਦਾਜ਼ਾ ਲਾਉਂਦੇ ਆ ਕਿ ਸ਼ਾਇਦ ਪੇਟੀਆਂ ਜਾਂਦੀਆਂ ਹੋਣ ਲੋਕਾਂ ਦੇ ਘਰਾਂ ਦੇ ਵਿੱਚ। ਇਹ ਬਿਲਕੁਲ ਨਹੀਂ ਹੁੰਦਾ। ਇਹ ਸਿਰਫ ਸਲਿਪਸ ਵੰਡੀਆਂ ਜਾਂਦੀਆਂ। ਇਹ ਮੈਨੂੰ ਪਹਿਲੀ ਵਾਰੀ ਪਤਾ ਲੱਗਾ। ਸਲਿਪਸ ਪਰਚੀ ਦਿੱਤੀ ਜਾਂਦੀ ਹੈ ਔਰ ਪਰਚੀ ਦੇ ਉੱਤੇ ਜੇ ਇੱਕ ਲਿਖਿਆ ਵਾ ਤੇ ਇਹਦਾ ਮਤਲਬ ਇੱਕ ਬੋਤਲ, ਜੇ ਇੱਕ ਲਿਖਿਆ ਵਾ ਤੇ ਇਹਦਾ ਮਤਲਬ ਇੱਕ ਪੇਟੀ। ਅੱਛਾ, ਕੋਡ ਵਰਡਸ ਤੇ ਕੰਮ ਚੱਲਦਾ। ਹਾਂਜੀ, ਕੋਡ ਵਰਡਸ ਤੇ ਕੰਮ ਚੱਲਦਾ ਵਾ ਤੇ ਉਹ ਪਰਚੀਆਂ ਜਿਹੜੀਆਂ ਵਾ ਉਹ ਬਾਅਦ ਦੇ ਵਿੱਚ ਇਨਕੈਸ਼ ਹੋ ਜਾਂਦੀਆਂ। ਪਰ ਸੰਧੂ ਸਾਹਿਬ ਦੇਖੋ, ਚਲੋ ਖੈਰ ਆਪਾਂ ਇਹ ਹੱਸ ਕੇ ਗੱਲ ਕਰ ਦਿੱਤੀ ਹੈ, ਪਰ ਇਹ ਬਹੁਤ ਵੱਡੀ ਤਰਾਸਦੀ ਹੈ ਸਾਡੇ ਲਈ ਕਿ ਸਾਨੂੰ ਇਹ ਗੱਲ ਕਰਨੀ ਪੈ ਰਹੀ ਹੈ। ਦੇਖੋ ਕਿ ਕਿਹੜੀ ਮਾਨਸਿਕਤਾ ਦੀ ਅਸੀਂ ਗੱਲ ਕਰਦੇ ਹਾਂ। ਕਿੱਥੇ ਇੱਕ ਪਾਸੇ ਅਸੀਂ ਪੰਜਾਬੀਆਂ ਦੀ ਜੁਰਤ ਦੀ, ਪੰਜਾਬੀਆਂ ਦੀਆਂ ਬੜਕਾਂ ਦੀ, ਪੰਜਾਬੀਆਂ ਦੀ ਚੜ੍ਹਾਈ ਦੀ ਗੱਲ ਕਰੀ ਦੀ ਹੈ, ਤੇ ਉੱਥੇ ਸਾਨੂੰ ਹੁਣ ਆਪਾਂ ਪੰਜਾਬ ਤੇ ਤਾਂ ਕੇਂਦਰਿਤ ਰਹਿ ਰਹੇ ਹਾਂ ਵੀ ਸਾਡਾ ਇਮੀਡੀਏਟ ਜਿਹੜਾ ਰਿਲੇਸ਼ਨ ਹੈ ਪੰਜਾਬ ਨਾਲ ਹੈ, ਬਾਕੀ ਸੂਬਿਆਂ 'ਚ ਇਦੋਂ ਵੀ ਬੱਤਰ ਹੁੰਦਾ ਹੋਣਾ। ਇਹ ਮਾਨਸਿਕਤਾ ਜਿਹੜੀ ਹੈ ਸਰ, ਇਹ ਬੜਾ ਇੱਕ ਸੋਚਣ ਵਾਲੀ ਗੱਲ ਹੈ ਵੈਸੇ। ਬਿਲਕੁਲ ਜੀ, ਇਹ ਬੜੀ ਸੋਚਣ ਵਾਲੀ ਔਰ ਬੜੀ ਫਿਕਰ ਵਾਲੀ ਗੱਲ ਹੈ। ਔਰ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਜਿਹੜੇ ਕੋਈ ਸੁਹਿਰਦ ਚੰਗੇ ਐਟੀਟਿਊਡ ਵਾਲੇ ਉਮੀਦਵਾਰ ਹੁੰਦੇ ਆ, ਉਹ ਲਾਸਟ ਮੂਮੈਂਟ ਕਿੰਨੀ ਕੋਸ਼ਿਸ਼ ਕਰਦੇ ਆ। ਮੈਨੂੰ ਯਾਦ ਹੈ ਅਸੀਂ ਨਾ ਪਿਛਲੀ ਵਾਰੀ ਕੋਈ ਸ਼ਰਾਬ ਵੰਡੀ ਨਾ ਪੈਸੇ ਵੰਡੇ, ਔਰ ਲਾਸਟ 2 ਦਿਨ ਅਸੀਂ ਆਪਣੇ ਵੱਲੋਂ ਰਾਤ ਨੂੰ ਪਹਿਰਾ ਵੀ ਦਿੱਤਾ ਕਿ ਕਿਤੇ ਰਾਤ ਨੂੰ ਗੱਡੀਆਂ ਆ ਕੇ ਸ਼ਰਾਬ ਨਾ ਬਣ ਜਾਣ। ਔਰ ਮੈਂ ਦੱਸਿਆ ਕਿ ਅਸੀਂ ਬੜੇ ਹੈਰਾਨ ਸੀ ਵੀ ਗੱਡੀਆਂ ਤੇ ਆਈਆਂ ਨਹੀਂ ਰਾਤੀ। ਉਹ ਗੱਡੀਆਂ ਤੇ ਜਿਹੜੀਆਂ ਵਾ ਉਹ ਸ਼ਰਾਬ ਲੈ ਕੇ ਤੇ ਆਉਣੀਆਂ ਨਹੀਂ ਸੀ, ਕਿਉਂਕਿ ਉਹਦੇ ਸਿਰ ਪਰਚੀਆਂ ਹੀ ਜਾਣੀਆਂ ਸੀਗੀਆਂ। ਉਹ ਕੋਈ ਬੰਦਾ ਮੋਟਰਸਾਈਕਲ ਤੇ ਜਾਂ ਸਾਈਕਲ ਤੇ ਵੀ ਜਾ ਕੇ ਦੇ ਸਕਦਾ ਵਾ। ਸੋ ਬੜੇ ਨਵੇਂ ਹੱਥਕੰਡੇ ਵਰਤੇ ਜਾਂਦੇ ਆ। ਔਰ ਇਸ ਤੋਂ ਪਹਿਲੋਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਹੈਰਾਨ ਹੋ ਗਏ ਕਿ ਮਾਨਸਿਕਤਾ ਜਿਹੜੀ ਆ ਉਹਦੀ ਹਾਲਤ ਵੇਖ ਲਓ ਤੁਸੀਂ ਕਿ 2012 ਵਾਲੀਆਂ ਜਿਹੜੀਆਂ ਚੋਣਾਂ ਸੀ ਉਹਦੇ 'ਚ ਜਿਹੜੇ ਐਂਬੂਲੈਂਸਿਸ ਹੁੰਦੀਆਂ ਵਾ ਉਹਨਾਂ ਦੇ ਵਿੱਚ ਵੀ ਪੈਸੇ ਔਰ ਸ਼ਰਾਬ ਵੰਡੇ ਗਏ, ਕਿਉਂਕਿ ਐਂਬੂਲੈਂਸ ਦੀ ਨਾਰਮਲੀ ਚੈਕਿੰਗ ਨਹੀਂ ਹੁੰਦੀ। ਉਹ ਹੂਟਰ ਵੱਜਣ ਲੱਗ ਪੈਂਦਾ ਵੀ ਸ਼ਾਇਦ ਕੋਈ ਮਰੀਜ਼ ਲੈ ਕੇ ਜਾ ਰਿਹਾ। ਮਰੀਜ਼ ਨੂੰ ਲੰਮਾ ਪਾ ਦਿਓ ਤੁਸੀਂ ਐਂਬੂਲੈਂਸ ਦੇ ਵਿੱਚ, ਉਹਦੇ ਜੋ ਮਰਜ਼ੀ ਤੁਸੀਂ ਲੈ ਜਾਓ। ਸੋ ਉਹਨਾਂ ਦੀ ਨਾਰਮਲੀ ਪੁਲਿਸ ਹੀ ਚੈਕਿੰਗ ਨਹੀਂ ਕਰਦੀ, ਪਰ ਹੁਣ ਸ਼ਾਇਦ ਉਹ ਪੁਲਿਸ ਚੈਕਿੰਗ ਕਰਨ ਲੱਗ ਪਈ ਹੈ। ਰਾਈਟ। ਅੱਛਾ, ਇਹਦੇ ਵਿੱਚ ਸਰ ਇਲੈਕਸ਼ਨ ਕਮਿਸ਼ਨ ਵੀ ਤਾਂ ਉਹਨੂੰ ਵੀ ਤਾਂ ਕਿਹੜਾ ਕਿਸੇ ਹੋਰ ਪਲੈਨਟ ਤੇ ਬੈਠੇ ਆਪਰੇਟ ਕਰ ਰਿਹਾ। ਉਹਨਾਂ ਨੂੰ ਵੀ ਤਾਂ ਪਤਾ ਵੀ ਇੱਥੇ ਕਿਵੇਂ ਕਿਹੜੀ ਚੀਜ਼ ਕੀਤੀ ਜਾਂਦੀ ਹੈ। ਉਹਨਾਂ ਨੂੰ ਕਿੰਨੀਆਂ ਕੁ ਗੱਲਾਂ ਪਤਾ ਹੁੰਦੀਆਂ ਤੇ ਕਿੰਨੀਆਂ ਕੁ ਅੱਖਾਂ ਮੀਚ ਜਾਂਦੇ ਆ। ਨਹੀਂ, ਮੇਰਾ ਖਿਆਲ ਆ ਕੋਸ਼ਿਸ਼ ਉਹਨਾਂ ਦੀ ਪੂਰੀ ਹੁੰਦੀ ਹੈ। ਜਿਹੜੇ ਆਫਿਸਰ ਨਿਗਰਾਨੀ ਰੱਖਦੇ ਉਮੀਦਵਾਰਾਂ ਤੇ ਉਹ ਕਈ ਵਾਰ ਅੱਖਾਂ ਮੀਟ ਜਾਂਦੇ ਆ। ਅਸੀਂ ਜਦੋਂ ਇਲੈਕਸ਼ਨ ਲੜ ਰਹੇ ਸੀ ਉਦੋਂ ਸਾਨੂੰ ਲੱਗਦਾ ਸੀ ਵੀ ਕੁਝ ਅਫੀਸ਼ੀਅਲਸ ਜਿਹੜੇ ਆ ਉਹ ਸਾਡੇ ਖਿਲਾਫ ਨੇ, ਉਹ ਸਾਨੂੰ ਜ਼ਿਆਦਾ ਤੰਗ ਕਰ ਰਹੇ ਆ। ਬਾਕੀ ਪਾਰਟੀਆਂ ਤੇ ਉਹਨਾਂ ਨੇ ਜੋ ਬਾਕੀ ਪਾਰਟੀਆਂ ਕਰਦੀਆਂ ਉਹ ਅੱਖਾਂ ਮੀਟ ਲੈਂਦੇ ਆ। ਲੇਕਿਨ ਇਲੈਕਸ਼ਨ ਕਮਿਸ਼ਨ ਜਿਵੇਂ ਪੰਜਾਬ ਦਾ ਚੀਫ ਇਲੈਕਟੋਰਲ ਆਫਿਸਰ ਕਹੀਏ ਕਰੁਣਾ ਰਾਜੂ, ਉਹਦੀ ਚੰਗੀ ਰੈਪੂਟੇਸ਼ਨ ਹੈ। ਸੋ ਉਹਨਾਂ ਬਾਰੇ ਇਹੋ ਜਿਹੀ ਗੱਲ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਜਾਂ ਜਿਹੜੇ ਬਾਹਰੋਂ ਆਉਂਦੇ ਆ ਉਹ ਕਈ ਵਾਰ ਫਾਲਤੂ ਸਖਤੀ ਕਿਸੇ ਉੱਤੇ ਕਰ ਦਿੰਦੇ ਆ ਜੇ ਕਿਤੇ ਉਹਨਾਂ ਨਾਲ ਬਹਿਸਬਾਜ਼ੀ ਹੋ ਜਾਵੇ। ਅਦਰਵਾਈਜ਼ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਔਰ ਉਹਨਾਂ ਦਾ ਜਿਹੜਾ ਨੁਮਾਇੰਦਾ ਇੱਥੇ ਚੀਫ ਇਲੈਕਟੋਰਲ ਆਫਿਸਰ ਹੁੰਦਾ ਪੰਜਾਬ ਦਾ ਜਾਂ ਹਰ ਸੂਬੇ ਦਾ, ਉਹਨਾਂ ਦਾ ਐਟੀਟਿਊਡ ਕਾਫੀ ਹੱਦ ਤੱਕ ਠੀਕ ਹੁੰਦਾ। ਔਰ ਇਸੇ ਕਰਕੇ ਤੁਸੀਂ ਵੇਖਿਆ ਕਿ ਹੁਣ ਤੱਕ ਕਰੀਬ ਆਲਮੋਸਟ 4-4.5 ਕਰੋੜ ਦੇ ਨਸ਼ੇ, ਜਿਨ੍ਹਾਂ ਦੀ ਇੰਟਰਨੈਸ਼ਨਲ ਵੈਲਿਊ ਤੁਸੀਂ ਲਾ ਲਓ ਕਿ 3-350 ਕਰੋੜ ਹੋਊਗੀ, ਉਹ ਫੜੇ ਗਏ ਆ ਜਦੋਂ ਦਾ ਚੋਣ ਜ਼ਾਬਤਾ ਲੱਗਾ ਵਾ। ਇਹਦਾ ਮਤਲਬ ਇਹ ਨਸ਼ੇ ਜਦੋਂ ਸਰਕਾਰ ਚੱਲ ਰਹੀ ਸੀ ਉਦੋਂ ਇਹਨਾਂ ਤੇ ਕੋਈ ਨਿਗਰਾਨੀ ਨਹੀਂ ਸੀ ਰੱਖ ਰਿਹਾ, ਕੋਈ ਨਹੀਂ ਸੀ ਫੜ ਰਿਹਾ। ਇਸੇ ਤਰ੍ਹਾਂ ਹੀ ਕਰੀਬ 30-35 ਲੱਖ ਲੀਟਰ ਸ਼ਰਾਬ ਜਿਹੜੀ ਆ, ਜਿਹੜੀ ਨਜਾਇਜ਼ ਸ਼ਰਾਬ ਜਾਂ ਸਮਗਲਿੰਗ ਸ਼ਰਾਬ ਵੀ ਹੋ ਰਹੀ ਸੀ, ਉਹ ਫੜੀ ਗਈ ਹੈ। ਔਰ ਇਸੇ ਤਰ੍ਹਾਂ 20-25 ਲੱਖ ਕੈਸ਼ ਵੀ ਫੜਿਆ ਗਿਆ। ਔਰ ਤੁਹਾਨੂੰ ਪਤਾ ਹੀ ਆ ਕਿ ਚਰਨਜੀਤ ਸਿੰਘ ਚੰਨੀ ਦੇ ਆਪਣੇ ਰਿਸ਼ਤੇਦਾਰ ਦੇ ਘਰੋਂ 10-12 ਕਰੋੜ ਫੜੇ ਗਏ ਹੈ। ਸੋ ਇਲੈਕਸ਼ਨ ਆਫਿਸ ਜਿਹੜਾ ਵਾ ਉਹ ਤੇ ਆਪਣੀ ਪੂਰੀ ਕੋਸ਼ਿਸ਼ ਕਰਦਾ ਵਾ, ਪਰ ਔਰ ਉਹਨਾਂ ਨੂੰ ਕਾਫੀ ਕੁਝ ਪਤਾ ਵੀ ਲੱਗ ਜਾਂਦਾ ਵੀ ਲੋਕੀ ਕੀ ਕਰ ਰਹੇ ਆ। ਪਰ ਲੋਕੀ ਫਿਰ ਤੁਹਾਨੂੰ ਪਤਾ ਹੀ ਆ ਪਾਰਟੀਆਂ ਉਮੀਦਵਾਰ ਜਿਹੜੇ ਆ ਉਹ ਨਵੇਂ ਢੰਗ ਤਰੀਕੇ ਲੱਭ ਲੈਂਦੇ ਹਨ। ਰਾਈਟ। ਸੋ ਦੋਸਤੋ, ਕਮਰ ਸੰਧੂ ਸਾਹਿਬ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਸਿਆਸੀ ਰਮਜ਼ਾਂ ਪੋਲੀਟੀਕਲ ਬਲ ਸਾਡਾ ਇੱਕ ਖਾਸ ਸੈਗਮੈਂਟ ਹੁੰਦਾ। ਸੋ ਪੰਜਾਬ ਇਲੈਕਸ਼ਨ ਨੂੰ ਅਸੀਂ ਇਸ ਵੇਲੇ ਕਵਰ ਕਰਨ ਦੇ ਲਈ ਅੱਜ ਦਾ ਜਿਹੜਾ ਸਾਡਾ ਇਲੈਕਸ਼ਨ ਤੋਂ ਪਹਿਲਾਂ ਦਾ ਜਿਹੜਾ ਲਾਸਟ ਐਪੀਸੋਡ ਹੋਣਾ, ਸੋ ਉਸ ਤੋਂ ਬਾਅਦ ਫਿਰ ਅਗਲੀ ਗੱਲਬਾਤ ਸਾਡੀ ਜਿਹੜੀ ਵੋਟਾਂ ਪੈਣ ਤੋਂ ਬਾਅਦ ਦੀ ਹੋਣੀ ਹੈ ਮੰਗਲਵਾਰ ਨੂੰ, ਆਉਣ ਵਾਲੇ ਮੰਗਲਵਾਰ। ਸੋ ਅੱਜ ਦੀ ਗੱਲਬਾਤ ਦੇ ਵਿੱਚ ਅਸੀਂ ਹੋਰ ਕੁਛ ਇਹੋ ਜਿਹੇ ਪਹਿਲੂ ਜਿਹੜੇ ਨੇ, ਜਿਹੜੀਆਂ ਟੈਕਨੀਕੈਲਿਟੀਜ਼ ਨੇ, ਉਹਨਾਂ ਦੇ ਉੱਪਰ ਸੰਧੂ ਸਾਹਿਬ ਦੇ ਵਿਚਾਰ ਸੁਣਨੇ ਆ। ਸੋ ਅੱਗੇ ਚੱਲ ਕੇ ਤੁਹਾਡੀਆਂ ਕਾਲਸ ਵੀ ਜ਼ਰੂਰ ਔਨ ਏਅਰ ਕਰਾਂਗੇ। ਸੰਧੂ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਇੱਕ ਬ੍ਰੇਕ ਲਈਏ, ਮੈਂ ਇੱਕ ਸਵਾਲ ਹੋਰ ਤੁਹਾਡੇ ਤੋਂ ਪੁੱਛਣਾ ਚਾਹਾਂਗਾ। ਇਹੀ ਸਟ੍ਰੈਟਜੀਜ਼ ਦੀ ਜਦੋਂ ਅਸੀਂ ਗੱਲ ਕਰੀਏ, ਜਦੋਂ ਅਫਕੋਰਸ ਜਦੋਂ ਪਾਰਟੀਜ਼ ਦੇ ਲੈਵਲ ਦੇ ਉੱਪਰ ਅਸੀਂ ਦੇਖੀਏ ਤਾਂ ਜਿਹੜੇ ਇਲੈਕਸ਼ਨ ਨੂੰ ਜਿੱਤਣ ਦੇ ਲਈ, ਜਿਵੇਂ ਇੱਕ ਮੈਂ ਜੇ ਆਪਣੀ ਪਰਸਨਲ ਗੱਲ ਕਰਾਂ ਤਾਂ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਨੀਤੀਆਂ ਬਣਾ ਕੇ, ਜਿਸ ਤਰੀਕੇ ਦੇ ਨਾਲ ਸਟ੍ਰੈਟਜੀਜ਼ ਬਣਾ ਕੇ ਪੂਰੇ ਪਾਰਟੀਜ਼ ਦੇ ਕੈਂਪੇਨ ਡਿਜ਼ਾਈਨ ਕੀਤੇ ਗਏ ਸੀ,
ਸੋ ਇਸ ਵਾਰ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਹੜੀ ਪਾਰਟੀ ਉਸ ਗੱਲ ਦੇ ਵਿੱਚ ਬਾਜ਼ੀ ਮਾਰ ਗਈ ਹੈ ਕਿ ਹਾਂ ਯਾਰ ਇਹਨਾਂ ਨੇ ਕੈਂਪੇਨ ਆਪਣਾ ਇੰਨਾ ਰਿਫਾਈਨਡ ਔਰ ਇੰਨਾ ਸਟੀਕ ਸੀਗਾ ਕਿ ਲਾਜਵਾਬ ਕਰ ਦਿੱਤਾ? ਤੁਹਾਡੀ ਆਬਜ਼ਰਵੇਸ਼ਨ ਕੀ ਹੈ? ਮੇਰਾ ਖਿਆਲ ਹੈ ਕੈਂਪੇਨਿੰਗ ਦੇ ਵਿੱਚ ਆਮ ਆਦਮੀ ਪਾਰਟੀ ਵਾਕਈ ਬਾਜ਼ੀ ਮਾਰ ਗਈ ਆ। 6 ਮਹੀਨੇ ਪਹਿਲਾਂ ਤੱਕ ਇਹ ਪਾਰਟੀ ਜ਼ਮੀਨੀ ਲੈਵਲ ਦੇ ਉੱਤੇ ਬਿਲਕੁਲ ਕਿਤੇ ਨਜ਼ਰ ਨਹੀਂ ਸੀ ਆ ਰਹੀ। ਕੋਈ ਢਾਂਚਾ ਇਹਨਾਂ ਦਾ ਨਹੀਂ ਸੀਗਾ, ਇਹਨਾਂ ਕੋਲ ਵੱਡੇ ਕੋਈ ਚਿਹਰੇ ਹੈ ਨਹੀਂ ਸੀਗੇ। ਔਰ ਇਹ 6 ਮਹੀਨਿਆਂ ਦੇ ਵਿੱਚ ਜੋ ਉਹਨਾਂ ਨੇ ਡਿਜੀਟਲ ਕੈਂਪੇਨ ਚਲਾਈ ਆ, ਜੋ ਸੋਸ਼ਲ ਮੀਡੀਆ ਤੇ ਕੈਂਪੇਨ ਚਲਾਈ ਆ, ਜੋ ਉਹਨਾਂ ਨੇ ਤਰੀਕੇ ਵਰਤੇ ਆ, ਜਿਵੇਂ ਉਹਨਾਂ ਨੇ ਗਰੰਟੀਆਂ ਦੇਣੀਆਂ ਸ਼ੁਰੂ ਕੀਤੀਆਂ ਔਰ ਉਸ ਤੋਂ ਬਾਅਦ ਫਿਰ ਬਾਕੀ ਪਾਰਟੀਆਂ ਨੂੰ ਵੀ ਉਹੀ ਕਰਨਾ ਪਿਆ। ਜਿਹੋ ਜਿਹੀਆਂ ਉਹਨਾਂ ਨੇ ਅਨਾਊਂਸਮੈਂਟਸ ਕੀਤੀਆਂ, ਬਾਕੀ ਪਾਰਟੀਆਂ ਨੂੰ ਵੀ ਉਹੋ ਜਿਹੀਆਂ ਅਨਾਊਂਸਮੈਂਟ ਕਰਨੀਆਂ ਪਈਆਂ, ਜਿਵੇਂ 300 ਯੂਨਿਟ ਬਿਜਲੀ ਜਾਂ 1000 ਰੁਪਇਆ ਔਰਤਾਂ ਨੂੰ ਦੇਣਾ। ਸੋ ਇਸ ਕਰਕੇ ਮੇਰਾ ਖਿਆਲ ਆ ਉਹ ਕਹੀਏ ਵੀ ਉਹਨਾਂ ਦੀ ਜਿਹੜੀ ਸ਼ੁਰੂ ਦੇ ਵਿੱਚ ਇਹ ਕਰੀਬ ਸਿਰਫ ਏਅਰ ਵਾਰ ਸੀਗੀ, ਜਿਹਨੂੰ ਆਪਾਂ ਕਹੀਏ ਵੀ ਹਵਾ ਦੇ ਵਿੱਚ ਐਵੇਂ ਤੀਰ ਕਮਾਨ ਚਲਾ ਰਹੇ ਸੀ ਉਹ। ਪਰ ਉਹਦਾ ਹੌਲੀ ਹੌਲੀ ਅਸਰ ਹੋਣਾ ਸ਼ੁਰੂ ਹੋਇਆ। ਉਹਨਾਂ ਨੇ ਦਿੱਲੀ ਸਰਕਾਰ ਦੇ ਪੈਸੇ ਵਰਤ ਕੇ ਪੰਜਾਬ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਦਿੱਤੇ। ਸੋ ਉਹਨਾਂ ਨੇ ਬਿਨਾਂ ਪ੍ਰੈਜ਼ੈਂਸ ਹੁੰਦਿਆਂ ਹੋਇਆਂ ਵੀ ਆਪਣੀ ਪ੍ਰੈਜ਼ੈਂਸ ਜਿਹੜੀ ਆ, ਜਿਹੜੀਆਂ ਬਾਕੀ ਪਾਰਟੀਆਂ ਇੱਥੇ ਪ੍ਰੈਜ਼ੈਂਟ ਸਨ, ਉਹਨਾਂ ਨੂੰ ਵੀ ਵੱਡੀ ਪ੍ਰੈਜ਼ੈਂਸ ਬਣਾਤੀ ਉਹਨਾਂ ਨੇ। ਸੋ ਕੈਂਪੇਨਿੰਗ ਦੇ ਵਿੱਚ ਇਸ ਲਈ ਇਸੇ ਕਰਕੇ ਤੁਸੀਂ ਵੇਖਿਆ ਵੀ ਆ ਕਿ ਜਿਹੜੇ ਚੋਣ ਸਰਵੇਖਣ ਆਏ ਆ, ਭਾਵੇਂ ਉਹ ਕੋਈ ਪੈਸੇ ਦੇ ਕੇ ਕਰਵਾਏ ਹੋਣ ਜਾਂ ਸ਼ਾਇਦ ਜੈਨੂਇਨ ਵੀ ਹੋਣ, ਉਹਨਾਂ ਦੇ ਵਿੱਚ ਵੀ ਇਸ ਵੇਲੇ ਜਿਹੜਾ ਆਮ ਆਦਮੀ ਪਾਰਟੀ ਬਰਾਬਰ ਦੀ ਟੱਕਰ ਦੇ ਰਹੀ ਆ। ਔਰ ਕੁਝ ਸਰਵੇ ਜਿਹੜੇ ਆ ਉਹ ਤੇ ਸ਼ਾਇਦ ਉਹਨਾਂ ਨੂੰ ਅੱਗੇ ਵੀ ਦੱਸਦੇ। ਅੱਛਾ, ਗਰਾਊਂਡ ਦੇ ਉੱਪਰ ਸਾਹਿਬ ਕਿੰਨੇ ਕੁ ਲੋਕ ਜਦੋਂ ਇਸ ਤਰ੍ਹਾਂ ਦੇ ਹੁਣ ਅੱਜ ਦੇ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਜਦੋਂ ਇਸ ਤਰ੍ਹਾਂ ਦੇ ਟੈਕਟਿਕਸ ਵਰਤੇ ਜਾਂਦੇ ਆ, ਕਿੰਨਾ ਕੁ ਉਹ ਆਖਰੀ ਮੂਮੈਂਟ ਤੇ ਆ ਕੇ ਡਿਊ ਟੂ ਦੀਜ਼ ਸਟ੍ਰੈਟਜੀਜ਼ ਜਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਪਲੈਨਿੰਗਸ ਜਾਂ ਇਸ ਤਰ੍ਹਾਂ ਦੀਆਂ ਕੈਂਪੇਨਿੰਗ ਡਿਜ਼ਾਈਨ ਕਰਨ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੁੜ ਜਾਂਦੇ ਆ, ਕਿ ਜਾਂ ਉਹ ਧਾਰੀ ਬੈਠੇ ਹੁੰਦੇ ਨੇ, ਸੋਚੀ ਬੈਠੇ ਹੁੰਦੇ ਨੇ, ਪਹਿਲਾਂ ਹੀ ਪਲਾਨਡ ਹੁੰਦੇ ਨੇ, ਜਾਂ ਉਹ ਅੰਦਰ ਖਾਤੇ ਉਹਨਾਂ ਦੇ ਕੈਲਕੂਲੇਸ਼ਨ ਦੇ ਫਾਰਮੂਲੇ ਕੁਛ ਹੋਰ ਹੁੰਦੇ ਨੇ? ਕਿੰਨਾ ਕੁ ਪ੍ਰਭਾਵ ਪੈਂਦਾ ਇਹਨਾਂ ਚੀਜ਼ਾਂ ਦਾ? ਨਹੀਂ, ਪੈਂਦਾ ਜੀ, ਬਹੁਤ ਪ੍ਰਭਾਵ ਪੈਂਦਾ ਵਾ। ਕਈ ਵਾਰ ਲਾਸਟ ਮੂਮੈਂਟ ਦੇ ਉੱਤੇ ਕਈ ਵਾਰ ਕਿਸੇ ਵੱਲੋਂ ਕੋਈ ਗਲਤੀ ਹੋ ਜੇ, ਜਿਵੇਂ ਤੁਸੀਂ ਵੇਖਿਆ ਵਾ ਵੀ ਕਾਂਗਰਸ ਇੱਕ ਗਲਤੀ ਤੋਂ ਬਾਅਦ ਦੂਜੀ ਗਲਤੀ ਕਰ ਰਹੀ ਹੈ, ਉਹਦੇ ਕਰਕੇ ਪਾਸਾ ਕਿਸੇ ਪਾਰਟੀ ਵਾਸਤੇ ਉਲਟਾ ਪੈ ਸਕਦਾ ਵਾ। ਲੇਕਿਨ ਇਹਨਾਂ ਗੱਲਾਂ ਦਾ ਬਹੁਤ ਪ੍ਰਭਾਵ ਪੈਂਦਾ ਵਾ। ਔਰ ਕਈ ਵਾਰ ਕੁਝ ਹਾਦਸੇ ਵੀ ਹੋ ਜਾਂਦੇ ਆ। ਤੁਹਾਨੂੰ ਪਤਾ ਹੀ ਆ ਕਿ 2017 'ਚ ਮੌੜ ਬਲਾਸਟ ਹੋ ਗਿਆ ਸੀ 4 ਦਿਨ ਪਹਿਲਾਂ। ਉਹਦਾ ਇੱਕਦਮ ਜਿਹੜਾ ਸ਼ਹਿਰੀ ਵੋਟਰ ਸੀ ਉੱਤੇ ਬਹੁਤ ਵੱਡਾ ਅਸਰ ਪੈ ਗਿਆ। ਫਿਰ ਤੁਹਾਨੂੰ ਪਤਾ ਹੀ ਆ ਕਿ 2 ਦਿਨ ਪਹਿਲਾਂ ਦੀਪ ਸਿੱਧੂ ਦਾ ਜਿਹੜਾ ਹਾਦਸਾ ਹੋਇਆ ਵਾ, ਉਹਦਾ ਵੀ ਕੁਝ ਨਾ ਕੁਝ ਅਸਰ ਜਿਹੜਾ ਵਾ ਕੁਝ ਥਾਵਾਂ ਤੇ ਪੈ ਸਕਦਾ ਵਾ। ਸੋ ਕਈ ਵਾਰ ਕੁਦਰਤੀ ਹਾਦਸੇ ਵੀ ਹੋ ਜਾਂਦੇ ਆ, ਕੁਝ ਹਾਦਸੇ ਕਰਵਾਏ ਵੀ ਜਾਂਦੇ ਆ, ਔਰ ਕੁਝ ਲਾਸਟ ਮੂਮੈਂਟ ਜਿਹੜੀ ਕੈਲਕੂਲੇਸ਼ਨ ਜਾਂ ਕੋਈ ਲਾਸਟ ਮੂਮੈਂਟ ਸਟ੍ਰੈਟਜੀ ਕੋਈ ਵਰਤ ਜਾਂਦਾ ਵਾ ਜਾਂ ਟੈਕਟਿਕਸ ਵਰਤ ਜਾਂਦਾ ਵਾ, ਉਹਦਾ ਵੀ ਅਸਰ ਜ਼ਰੂਰ ਹੁੰਦਾ। ਰਾਈਟ। ਸੋ ਦੋਸਤੋ, ਇਸ ਵੇਲੇ ਕੰਵਰ ਸੰਧੂ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਤੇ ਅਸੀਂ ਆਪਣੇ ਪਹਿਲੇ ਹਿੱਸੇ ਦੇ ਵਿੱਚ ਇੱਥੇ ਇੱਕ ਬ੍ਰੇਕ ਤੋਂ ਬਾਅਦ ਹੁਣ ਸਮਾਪਤ ਕਰਦੇ ਹੋਏ ਵਾਪਸ ਆਵਾਂਗੇ। ਸੰਧੂ ਸਾਹਿਬ ਕੁਛ ਇੱਕ ਸੰਦੇਸ਼ ਸਾਂਝੇ ਕਰਕੇ ਫਿਰ ਆਪਾਂ ਅਗਲੇ ਹਿੱਸੇ ਦੇ ਵਿੱਚ ਗੱਲਬਾਤ ਅੱਗੇ ਤੋਰਾਂਗੇ, ਜਿਹਦੇ ਵਿੱਚ ਸਾਡੀ ਕੋਸ਼ਿਸ਼ ਹੋਣੀ ਹੈ ਕਿ ਜਿਹੜੇ ਹੁਣ ਇਸ ਵੇਲੇ ਕਿਹੜੇ ਫੈਕਟਰਸ ਨੇ ਜਿਹੜੇ ਪੰਜਾਬ ਦੇ ਵਿੱਚ ਸਾਰਾ ਤਾਣਾ ਬਾਣਾ ਜਿਹਦੇ ਆਧਾਰ ਦੇ ਉੱਤੇ ਪ੍ਰਭਾਵਿਤ ਹੋਣਗੇ, ਚਾਹੇ ਉਹ ਡੇਰਾ ਫੈਕਟਰ ਹੈ, ਚਾਹੇ ਉਹ ਕਿਸੇ ਬੋਲੀ ਦੇ ਭਾਸ਼ਾ ਦੇ ਨਾਂ ਤੇ, ਆਪਣੇ ਖਿੱਤੇ ਦੇ ਨਾਂ ਤੇ, ਜਾਂ ਜਿਹੜਾ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਅੱਜ ਇੱਕ ਨਵੀਂ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਹੈ, ਉਹ ਇਹ ਕਿਹੜਾ ਫੈਕਟਰ ਹੋਏਗਾ? ਕਿੰਨਾ ਕਿ ਇਸ ਤਰ੍ਹਾਂ ਜਦੋਂ ਰੇਸਿਜ਼ਮ ਜਾਂ ਪਾਰਸ਼ੈਲਿਟੀ ਦਿਖਾ ਕੇ ਜਦੋਂ ਇਸ ਤਰ੍ਹਾਂ ਦੇ ਨਾਲ ਗੁੰਮਰਾਹ ਕਰਕੇ ਧਰਮ ਦੇ ਨਾਂ ਤੇ, ਜਾਤ ਪਾਤ ਦੇ ਨਾਂ ਦੇ ਉੱਤੇ, ਉਹ ਕਿਹੜੀ ਚੀਜ਼ ਹੋਰ ਹੋਏਗੀ? ਕਿਹੜੇ ਹੋਰ ਫੈਕਟਰਸ ਹੋਣਗੇ ਜਿਹੜੇ ਆਖਰੀ ਮੂਮੈਂਟ ਦੇ ਉੱਪਰ ਡਿਸਾਈਡਡ ਵੋਟਰਸ ਨੂੰ ਦੂਜੇ ਪਾਸੇ ਜਾਣ ਲਈ, ਤੇ ਜਿਹੜੇ ਲੋਕ ਅਜੇ ਐਜ ਤੇ ਬੈਠੇ ਨੇ ਕਿ ਅਸੀਂ ਕਿਵੇਂ ਡਿਸਾਈਡ ਕਰਨਾ, ਉਹਨਾਂ ਨੂੰ ਆਪਣਾ ਆਧਾਰ ਬਣਾਉਣ ਦੇ ਲਈ ਮੌਕਾ ਦੇਣਗੇ? ਇਹਦੀ ਗੱਲਬਾਤ ਕਰਦੇ ਹਾਂ ਆਪਾਂ ਕੁਛ ਇੱਕ ਸੰਦੇਸ਼ਾਂ ਤੋਂ ਬਾਅਦ ਵਿੱਚ। ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋ 1350 AM ਦੇ ਉੱਪਰ ਤੁਸੀਂ ਸੁਣ ਰਹੇ ਹੋ। इश्तिहार है तब व्यापार है। अपना बिजनेस प्रमोट करने लिए संपर्क करो 647 400 68 बार 6474006862 जी मीडिया ग्रुप। इमेजिन करो कि तुसी एक घर खरीदना चाहते हो, सोहना जिहा क्यूट जिहा घर, वधिया लोकेशन एंड इन बजट। You then call your friends, then they call their friends and they call you back saying ਲੱਭ ਦਾਂਗੇ, ਵਰੀ ਨਾ ਕਰ। ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ, ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ ਕਿਵੇਂ ਕਰੀਏ, then suddenly ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ। This is Harjinder Gill from Remax Gold Realty. You got it right. Just call him and you are sorted. Location, property, budget, market search, everything Harjinder Gill ਤੇ ਛੱਡ ਦਵੋ। ਤੁਸੀਂ ਬਸ ਮਠਿਆਈ ਦਾ ਡੱਬਾ ਤਿਆਰ ਕਰੋ। Harjinder Gill 6474006862 or visit teamharjindergill.com, helping you to fulfill your real estate plans.
ਜੀ ਦੋਸਤੋ, ਬਿਲਕੁਲ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ। ਤੇ ਕਮਲ ਸੰਧੂ ਸਾਹਿਬ ਦੇ ਨਾਲ ਸਾਡੀ ਗੱਲਬਾਤ ਨੂੰ ਹੁਣ ਅੱਗੇ ਤੋਰਦੇ ਹਾਂ। ਪੋਲੀਟੀਕਲ ਪਲਸ ਸਾਡਾ ਖਾਸ ਸੈਗਮੈਂਟ, ਜਿਹਦੇ ਵਿੱਚ ਅਸੀਂ ਪਹਿਲੇ ਹਿੱਸੇ ਦੇ ਵਿੱਚ ਕੁਝ ਓਵਰਆਲ ਟੈਕਨੀਕੈਲਿਟੀਜ਼ ਦੀ ਗੱਲ ਕਰ ਰਹੇ ਸੀ, ਤੇ ਥੋੜਾ ਜਿਹਾ ਹੁਣ ਹੋਰ ਗਰਾਊਂਡ ਰਿਐਲਿਟੀਜ਼ ਦੀ ਗੱਲ ਕਰਦੇ ਹੋਏ ਸੰਧੂ ਸਾਹਿਬ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਸੰਧੂ ਸਾਹਿਬ ਜੀ ਆਇਆਂ ਨੂੰ ਜੀ ਇੱਕ ਵਾਰ ਫਿਰ। ਬਹੁਤ ਮਿਹਰਬਾਨੀ ਜੀ ਹਰਜਿੰਦਰ, ਥੈਂਕ ਯੂ ਜੀ। ਸੰਧੂ ਸਾਹਿਬ, ਇਸ ਹਿੱਸੇ ਦੇ ਵਿੱਚ ਆਪਾਂ ਥੋੜੀ ਜਿਹੀ ਗੱਲ ਕਰਨੀ ਹੈ ਵੀ ਇਸ ਵੇਲੇ ਹੁਣ ਕੀ ਮਾਹੌਲ ਲੱਗਦਾ, ਕਿਹੜੇ ਕਿਹੜੇ ਉਹ ਖਾਸ ਫੈਕਟਰਸ ਨੇ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਨੇ, ਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਤੋਂ ਇੱਕ ਸੈਕਿੰਡ ਪਹਿਲਾਂ ਵੀ ਜੇਕਰ ਕਿਸੇ ਨੇ ਚੇਂਜ ਕਰਨਾ ਤਾਂ ਉਹਨੇ ਕੀ ਆਧਾਰ ਬਣਾਉਣਾ, ਤੇ ਜੇ ਇੱਕ ਦਿਨ ਪਹਿਲਾਂ ਕਿਸੇ ਨੇ ਕੋਈ ਆਧਾਰ ਬਣਾਉਣਾ ਤਾਂ ਕੀ ਹੋਏਗਾ। ਥੋੜਾ ਜਿਹਾ ਦੱਸਣਾ ਚਾਹੋ ਵੱਖ-ਵੱਖ ਪਾਰਟੀਜ਼ ਦੇ ਸਿਨੈਰੀਓਜ਼ ਦੇ ਅਕੋਰਡਿੰਗਲੀ ਲੋਕਾਂ ਦੇ ਵਿੱਚ ਖਿੱਤਿਆਂ ਦੇ ਅਲੱਗ-ਅਲੱਗ ਜਿਹੇ ਹਿੱਸਿਆਂ ਦੀ ਗੱਲ ਕਰਦੇ ਹੋਏ ਕਿਹੜੇ ਕਿਹੜੇ ਇਹੋ ਜਿਹੇ ਫੈਕਟਰ ਹੋਣਗੇ, ਧਾਰਮਿਕ, ਸਮਾਜਿਕ, ਬੋਲੀ ਨਾਲ ਆਧਾਰਿਤ, ਜਾਤ ਪਾਤ ਨਾਲ ਆਧਾਰਿਤ, ਸਾਮ ਦਾਮ ਦੰਡ ਭੇਦ ਜਿਹੜਾ ਪੋਲੀਟੀਸ਼ੀਅਨਸ ਨੇ ਵੀ ਆਪਣੇ ਵੱਲੋਂ ਐਫਰਟਸ ਕਰਨੇ ਆ, ਤੁਹਾਨੂੰ ਕੀ ਲੱਗਦਾ ਕਿਹੜੇ ਉਹ ਪੈਮਾਨੇ ਹੋਣਗੇ ਇਸ ਵੇਲੇ? ਦੇਖੋ, ਕਈ ਵਾਰ ਬਿਲਕੁਲ ਜਦੋਂ ਚੋਣਾਂ ਦੇ ਨੇੜੇ ਆ ਜਾਈਦਾ ਵਾ ਤੇ ਵੱਡੀਆਂ ਗਲਤੀਆਂ ਹੋ ਜਾਂਦੀਆਂ ਵਾ, ਔਰ ਮੈਂ ਕਹੂੰਗਾ ਕਿ ਜਿਹੜੀ ਚਰਨਜੀਤ ਸਿੰਘ ਚੰਨੀ ਨੇ ਅੱਜ 2 ਦਿਨ ਪਹਿਲਾਂ ਜਿਹੜੀ ਗਲਤੀ ਕੀਤੀ ਆ ਉਹਦਾ ਵੀ ਉਹਨਾਂ ਨੂੰ ਐਟਲੀਸਟ ਕੁਝ ਏਰੀਆ ਦੇ ਵਿੱਚ ਖਮਿਆਜ਼ਾ ਭੁਗਤਣਾ ਪੈ ਸਕਦਾ। ਜਿਹੜੀ ਉਹਨਾਂ ਨੇ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਪ੍ਰਵਾਸੀਆਂ ਵਾਸਤੇ, ਜਿਹੜੇ ਯੂਪੀ, ਬਿਹਾਰ ਔਰ ਹੋਰ ਥਾਵਾਂ ਤੋਂ ਜਿਹੜੇ ਪ੍ਰਵਾਸੀ ਪੰਜਾਬ 'ਚ ਆਉਂਦੇ ਨੇ, ਉਹਨਾਂ ਬਾਰੇ ਉਹਨਾਂ ਨੇ ਰੋਪੜ ਦੇ ਰੋਡ ਸ਼ੋਅ ਦੇ ਵਿੱਚ ਪ੍ਰਿਯੰਕਾ ਗਾਂਧੀ ਦੀ ਮੌਜੂਦਗੀ ਦੇ ਵਿੱਚ ਕਹਿ ਦਿੱਤਾ ਕਿ ਇਹਨਾਂ ਲੋਕਾਂ ਨੂੰ ਇੱਥੇ ਰਾਜ ਨਹੀਂ ਕਰਨ ਦਿਆਂਗੇ, ਇਹਨਾਂ ਨੂੰ ਵੜਨ ਨਾ ਦਿਓ, ਔਰ ਉਹਨਾਂ ਨੇ ਭਈਆ ਸ਼ਬਦ ਜਿਹੜਾ ਵਾ ਇਸਤੇਮਾਲ ਕੀਤਾ। ਉਹਦੇ ਤੇ ਕਰੀਬ ਸਾਰੇ ਪਾਸੇ ਉਹਨਾਂ ਦੀ ਆਲੋਚਨਾ ਹੋ ਰਹੀ ਹੈ, ਔਰ ਉਹਨਾਂ ਨੂੰ ਬਾਅਦ 'ਚ ਕਲੈਰੀਫਾਈ ਕਰਨਾ ਪਿਆ। ਆਪਣੇ ਵੱਲੋਂ ਇੱਕ ਕਲੈਰੀਫਿਕੇਸ਼ਨ ਦਿੱਤੀ ਉਹਨਾਂ ਨੇ, ਹਾਲਾਂਕਿ ਉਹ ਕਲੈਰੀਫਿਕੇਸ਼ਨ ਬਹੁਤੀ ਕੋਈ ਹੋਲਡ ਨਹੀਂ ਕਰਦੀ। ਉਹਨਾਂ ਨੇ ਕਿਹਾ ਜੀ ਮੈਂ ਸਿਰਫ ਸ਼ਬਦ ਜਿਹੜਾ ਵਾ ਇੱਕ ਅਰਵਿੰਦ ਕੇਜਰੀਵਾਲ ਵਾਸਤੇ ਇਸਤੇਮਾਲ ਕੀਤਾ ਸੀਗਾ, ਲੇਕਿਨ ਇਹਦੇ ਖਿਲਾਫ ਮੁਜ਼ਾਹਰੇ ਹੋ ਰਹੇ ਆ ਕਈ ਥਾਵਾਂ ਤੇ, ਔਰ ਖਾਸ ਕਰਕੇ ਇਹਦਾ ਅਸਰ ਜਿਹੜਾ ਵਾ ਇਹ ਲੁਧਿਆਣੇ ਦੇ ਵਿੱਚ ਬੜੇ ਵੱਡੇ ਪੱਧਰ ਤੇ ਹਰਜਿੰਦਰ ਪੈ ਸਕਦਾ ਵਾ। ਔਰ ਮੈਂ ਵੀ ਦੱਸ ਦੇਵਾਂ ਕਿ ਇਹ ਮਸਲਾ ਯੂਪੀ ਦੇ ਵਿੱਚ ਵੀ ਇਸ ਵੇਲੇ ਗੂੰਜ ਰਿਹਾ ਵਾ, ਕਿਉਂਕਿ ਉੱਥੇ ਮੁਜ਼ੱਫਰਨਗਰ 'ਚ ਇੱਕ ਸੋਸ਼ਲ ਐਕਟਿਵਿਸਟ ਨੇ ਤਮੰਨਾ ਹਾਸ਼ਮੀ, ਉਹਨਾਂ ਨੇ ਮੁਜ਼ੱਫਰਨਗਰ ਕਚਹਿਰੀ ਦੇ ਵਿੱਚ ਇੱਕ ਜਿਹੜੀ ਰਿਪੋਰਟ ਆ ਸ਼ਿਕਾਇਤ ਵੀ ਦਰਜ ਕਰ ਦਿੱਤੀ ਆ। ਅੱਛਾ ਜੀ। ਸੋ ਇੱਕ ਤੇ ਇਹ ਕਿਉਂਕਿ ਉਹ ਫਿਰ ਪੂਰੇ ਕਾਂਗਰਸ ਨੂੰ ਹੁਣ ਉਹ ਇਹਦੇ ਘੇਰੇ 'ਚ ਲੈਣ ਦੀ ਕੋਸ਼ਿਸ਼ ਕਰ ਰਹੇ ਹੋਣਗੇ। ਬਿਲਕੁਲ। ਔਰ ਨਰਿੰਦਰ ਮੋਦੀ ਨੇ, ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ 'ਚ ਕੱਲ੍ਹ ਅਬੋਹਰ 'ਚ ਇਹ ਵੀ ਕਿਹਾ ਵਾ ਕਿ ਕੋਈ ਇਹੋ ਜਿਹਾ ਪਿੰਡ ਨਹੀਂ ਗਾ, ਕੋਈ ਇਹੋ ਜਿਹਾ ਸ਼ਹਿਰ ਨਹੀਂ ਗਾ ਜਿੱਥੇ ਪ੍ਰਵਾਸੀ ਕੰਮ ਨਹੀਂ ਕਰਦੇ। ਪਰ ਮੈਂ ਜਿਵੇਂ ਅੱਗੇ ਦੱਸਿਆ ਵਾ ਵੀ 4 ਜ਼ਿਲ੍ਹਿਆਂ ਦੇ ਵਿੱਚ ਇਹਦਾ ਜ਼ਿਆਦਾ ਅਸਰ ਪਊਗਾ, ਉਹ ਹੈ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ। ਲੇਕਿਨ ਲੁਧਿਆਣਾ ਦੇ ਵਿੱਚ ਮੰਨਿਆ ਜਾਂਦਾ ਵਾ ਕਿ ਜੇ ਪੰਜਾਬ ਦੇ ਵਿੱਚ ਕਰੀਬ 70-75 ਲੱਖ ਪ੍ਰਵਾਸੀ ਨੇ ਤੇ ਲੁਧਿਆਣੇ ਦੇ ਵਿੱਚ ਇਕੱਲੇ ਦੇ ਵਿੱਚ ਕਰੀਬ 10 ਲੱਖ ਤੋਂ ਵੱਧ ਹੋਣਗੇ। ਇਹ ਉੱਥੇ ਜਿਹੜਾ ਰੰਗਣ ਦੀਆਂ ਜੀ। ਹਾਂਜੀ। ਸੋ ਲੁਧਿਆਣੇ ਦੀ ਸਰ ਜੇ ਗੱਲ ਚੱਲੀ ਹੈ ਤਾਂ ਫਿਰ ਬੈਂਸ ਬ੍ਰਦਰਜ਼ ਦੇ ਬਾਰੇ 'ਚ ਜ਼ਰੂਰ ਥੋੜਾ ਜਿਹਾ ਪੁੱਛਣਾ ਚਾਹਾਂਗੇ ਵੀ ਇਸ ਵੇਲੇ ਉਹਨਾਂ ਦਾ ਹੋਲਡ ਕਿਸ ਤਰ੍ਹਾਂ ਦਾ ਹੈ, ਕੀ ਲੱਗ ਰਿਹਾ ਹੈ ਕਿ ਉਹ ਇਸ ਗੱਲ ਨੂੰ ਹੁਣ ਕਿੰਨਾ ਕੁ ਕੈਸ਼ ਕਰਨ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਤੁਸੀਂ ਕਿਹਾ ਵੀ ਮੈਜੋਰਿਟੀ ਜਿਹੜੀ ਵੋਟ ਪ੍ਰਵਾਸੀ ਵੋਟ ਹੈ ਉਹ ਲੁਧਿਆਣੇ ਦੇ ਇਹਨਾਂ 2-3 ਹਲਕਿਆਂ ਦੇ ਵਿੱਚ ਹੋਏਗੀ ਜੀ। ਲੁਧਿਆਣੇ ਦੇ ਵੈਸੇ ਤੇ ਜਿਹੜੀ ਸਾਰੇ ਸੈਗਮੈਂਟਸ ਆ ਉੱਥੇ ਪ੍ਰਵਾਸੀ ਕਾਫੀ ਨੇ, ਕਿਉਂਕਿ ਉੱਥੇ ਫੈਕਟਰੀਆਂ 'ਚ ਕੰਮ ਕਰਦੇ ਆ, ਖਾਸ ਕਰਕੇ ਜਿਹੜੀਆਂ ਕੱਪੜਾ ਰੰਗਣ ਦੀਆਂ ਯੂਨਿਟਸ ਹੈ ਨਾ, ਡਾਈਂਗ ਯੂਨਿਟਸ, ਉਹਨਾਂ 'ਚ ਜ਼ਿਆਦਾ ਕੰਮ ਕਰਦੇ ਆ। ਪਰ 2 ਕੌਂਸਟੀਚੁਐਂਸੀ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਇਹਨਾਂ ਦਾ ਹੈ, ਉਹ ਹੈ ਲੁਧਿਆਣਾ ਸਾਊਥ, ਜਿੱਥੇ ਬਲਵਿੰਦਰ ਬੈਂਸ MLA ਸੀ 2017 'ਚ, ਔਰ ਆਤਮ ਨਗਰ ਜਿੱਥੋਂ ਸਿਮਰਨਜੀਤ ਬੈਂਸ MLA ਸੀ 2017 ਦੇ ਵਿੱਚ। ਇਹ ਬੈਂਸ ਭਰਾਵਾਂ ਨੇ ਇੱਕ ਬਹੁਤ ਸਿਸਟਮੈਟਿਕ ਦੇ ਨਾਲ ਇਹਨਾਂ ਨੇ ਆਪਣੀ ਕੌਂਸਟੀਚੁਐਂਸੀ ਚਲਾਉਂਦੇ ਆ। ਇਹਨਾਂ ਨੇ ਦਫ਼ਤਰ ਖੋਲ੍ਹਿਆ ਹੁੰਦਾ ਵਾ, ਔਰ ਉਹ ਦਫ਼ਤਰ ਦੇ ਵਿੱਚ ਇੱਕ ਤਰੀਕੇ ਨਾਲ ਸੁਵਿਧਾ ਕੇਂਦਰ ਚਲਾਉਂਦੇ ਆ, ਔਰ ਜਿਹੜੇ ਗਰੀਬ ਪ੍ਰਵਾਸੀ ਨੇ ਜਾਂ ਹੋਰ ਵੀ ਗਰੀਬ ਪਰਿਵਾਰ ਨੇ, ਉਹ ਉੱਥੇ ਜਾ ਕੇ ਜੇ ਉਹਨਾਂ ਨੇ ਕੁਝ ਵੀ ਕੰਮ ਕਰਾਉਣਾ ਵਾ, ਉਹਨਾਂ ਨੇ ਆਪਣੀ ਵੋਟ ਬਣਵਾਉਣੀ ਆ, ਉਹਨਾਂ ਨੇ ਰਾਸ਼ਨ ਕਾਰਡ ਬਣਾਉਣਾ ਵਾ, ਉਹ ਉੱਥੇ ਜਾ ਕੇ ਉਹਨਾਂ ਦੀ ਮਦਦ ਲੈ ਲੈਂਦੇ ਆ, ਔਰ ਉੱਥੇ ਇਹਨਾਂ ਨੇ ਸਟਾਫ ਰੱਖਿਆ ਇਹ ਕੰਮ ਕਰਨ ਵਾਸਤੇ। ਸੋ ਇਹਨਾਂ 2 ਕੌਂਸਟੀਚੁਐਂਸੀ ਦੇ ਵਿੱਚ ਲੁਧਿਆਣਾ ਸਾਊਥ ਤੇ ਆਤਮ ਨਗਰ ਦੇ ਵਿੱਚ ਇਹ ਬਹੁਤ ਵੱਡੀ ਤਾਦਾਦ ਦੇ ਵਿੱਚ ਨੇ। ਸ਼ਾਇਦ ਲੁਧਿਆਣਾ ਸਾਊਥ ਇਕੱਲੇ ਦੇ ਵਿੱਚ ਮੰਨਿਆ ਜਾਂਦਾ ਕਿ 70-75 ਹਜ਼ਾਰ ਪ੍ਰਵਾਸੀ ਨੇ, ਔਰ ਉੱਥੇ ਬਾਹਰੋਂ ਆ ਕੇ ਕੈਂਪੇਨਿੰਗ ਵੀ ਕਰਦੇ ਆ। ਪਿਛਲੀ ਵਾਰੀ ਮੈਨੂੰ ਯਾਦ ਆ MP ਸ਼ਕੀਲ ਅਹਿਮਦ ਆਏ ਸੀਗੇ ਕਾਂਗਰਸ ਵਾਸਤੇ ਕੈਂਪੇਨਿੰਗ ਕਰਨ ਵਾਸਤੇ, ਸਾਡੇ ਵੱਲੋਂ ਆਪ ਵੱਲੋਂ ਸੰਜੇ ਸਿੰਘ ਉਸ ਵੇਲੇ ਗਏ ਸੀ, ਔਰ ਉਦੋਂ ਵੀ ਡਿਮਾਂਡ ਸੀਗੀ ਕਿ ਜਿਹੜਾ ਉਹ ਭੋਜਪੁਰੀ ਐਕਟਰ ਹੈ ਮਨੋਜ ਤਿਵਾੜੀ, ਉਹਨੂੰ ਬੁਲਾਓ। ਸੋ ਇਹ ਇਸ ਵੇਲੇ ਜਿਹੜਾ ਸਿਮਰਨਜੀਤ ਬੈਂਸ ਦੀ ਪੋਜੀਸ਼ਨ ਇਸ ਵੇਲੇ ਕਮਜ਼ੋਰ ਦੱਸੀ ਜਾਂਦੀ ਸੀ, ਕਿਉਂਕਿ ਉਹਨਾਂ ਦੇ ਉੱਤੇ ਇੱਕ ਜਬਰ ਜਨਾਹ ਦਾ ਕੇਸ ਬਣ ਗਿਆ ਵਾ, ਰੇਪ ਦਾ ਕੇਸ ਬਣ ਗਿਆ। ਲੇਕਿਨ ਜਿਹੜਾ ਚਰਨਜੀਤ ਚੰਨੀ ਨੇ ਜੋ ਕਹਿ ਦਿੱਤਾ ਵਾ, ਹੋ ਸਕਦਾ ਇਹਦੇ ਨਾਲ 5-4 ਹਜ਼ਾਰ ਵੋਟ ਜਿਹੜੀ ਆ ਉਹ ਡੈਫੀਨੇਟਲੀ ਸਵਿੰਗ ਉਹਨਾਂ ਦੇ ਹੱਕ ਦੇ ਵਿੱਚ ਕਰ ਜੇ, ਜੇ ਉਹਨਾਂ ਨੇ ਮਸਲਾ ਵੱਡੇ ਪੱਧਰ ਤੇ ਚੁੱਕਿਆ।
ਰਾਈਟ। ਅੱਛਾ ਸਰ, ਇਹ ਜਿਹੜੀ ਜਦੋਂ ਆਪਾਂ ਗੱਲ ਕਰਦੇ ਹਾਂ ਹੁਣ ਚਰਨਜੀਤ ਚੰਨੀ ਹੋਰੀ ਜਿਸ ਅਹੁਦੇ ਦੇ ਉੱਤੇ ਨੇ ਔਰ ਜਿਸ ਅਹੁਦੇ ਦੀ ਉਮੀਦਵਾਰੀ ਦੇ ਉੱਤੇ ਨੇ, ਕੀ ਇਹ ਸੱਚਮੁੱਚ ਇਹਨਾਂ ਦੇ ਜ਼ਹਿਨ ਦੇ ਵਿੱਚ ਇਹ ਗੱਲ ਨਹੀਂ ਹੁੰਦੀ ਕਿ ਅਸੀਂ ਜੋ ਬੋਲਣ ਲੱਗੇ ਉਹਦਾ ਆਫਟਰ ਇਫੈਕਟਸ ਕੀ ਹੋਣਗੇ, ਕਿ ਜਾਂ ਇਹ ਸੈਂਸ ਹੀ ਇੰਨੀ ਕੁ ਰੱਖਦੇ ਨੇ ਜੀ? ਨਹੀਂ, ਮੇਰੇ ਖਿਆਲ ਉਦੋਂ ਭਾਵੁਕ ਹੋ ਕੇ ਜਾਂ ਉਦੋਂ ਐਕਸਾਈਟਮੈਂਟ ਦੇ ਵਿੱਚ, ਕਿਉਂਕਿ ਜਦੋਂ ਤੁਸੀਂ ਦਿਨ ਦੇ ਵਿੱਚ 5-5 7-7 ਥਾਵਾਂ ਤੇ ਰੈਲੀਜ਼ ਐਡਰੈਸ ਕਰਦੇ ਜੇ, 10-15-20 ਮੀਡੀਆ ਦੇ ਨਾਲ ਇੰਟਰਵਿਊ ਦਿੰਦੇ ਜੇ ਰੋਜ਼, ਸੋ ਕਈ ਵਾਰ ਸਲਿਪ ਆਫ ਟੰਗ ਵੀ ਹੋ ਜਾਂਦੀ ਹੈ, ਕਈ ਵਾਰ ਤੁਸੀਂ ਸੋਚਦੇ ਵੀ ਨਹੀਂ ਕਿ ਤੁਸੀਂ ਕੀ ਕਹਿਣ ਲੱਗੇ ਜੇ, ਔਰ ਬਹੁਤਾ ਕੋਈ ਸਕ੍ਰਿਪਟਡ ਕੰਮ ਤੇ ਹੁੰਦਾ ਨਹੀਂਗਾ। ਸੋ ਪਰ ਬਹੁਤ ਵੱਡੀ ਗਲਤੀ ਸੀ, ਉਹਨਾਂ ਤੋਂ ਇਹ ਐਕਸਪੈਕਟ ਨਹੀਂ ਸੀ ਕੀਤਾ ਜਾ ਸਕਦਾ। ਔਰ ਸਿਰਫ ਉਹੀ ਨਹੀਂ, ਹਰਜਿੰਦਰ, ਮੈਂ ਤੈਨੂੰ ਦੱਸੂੰਗਾ ਕਿ 3 ਦਿਨ ਪਹਿਲੋਂ, ਚਾਹੂੰਗਾ ਕਿ 3 ਦਿਨ ਪਹਿਲੋਂ ਜਾਂ 5 ਦਿਨ ਪਹਿਲੋਂ ਨਵਜੋਤ ਸਿੱਧੂ ਨੇ ਬੜੀ ਵੱਡੀ ਗਲਤੀ ਕੀਤੀ। ਉਹਨੇ ਬ੍ਰਾਹਮਣ ਸਮਾਜ ਬਾਰੇ ਇੱਕ ਬੜੀ ਵੱਡੀ ਟਿੱਪਣੀ, ਬੜੀ ਮੰਦੀ ਸ਼ਬਦਾਵਲੀ ਇਸਤੇਮਾਲ ਕੀਤੀ, ਜਿਹਦੇ ਕਰਕੇ ਉਹਨਾਂ ਨੂੰ ਫਾਈਨਲੀ ਮਾਫੀ ਮੰਗਣੀ ਪਈ ਉਸ ਸਮਾਜ ਵੱਲੋਂ, ਉਸ ਸਮਾਜ ਦੇ ਲੋਕਾਂ ਵੱਲੋਂ। ਸੋ ਇਹ ਕਰੀਬ ਸਾਰੇ ਲੀਡਰ ਜਿਹੜੇ ਨੇ ਇਹੋ ਜਿਹੀਆਂ ਗਲਤੀਆਂ ਕਰ ਜਾਂਦੇ ਜੇ, ਮੇਰੇ ਖਿਆਲ ਐਕਸਾਈਟਮੈਂਟ ਦੇ ਵਿੱਚ ਆ ਕੇ, ਪਰ ਇਹਦੇ ਤੇ ਇਹਨਾਂ ਨੂੰ ਆਪਣੀ ਸ਼ਬਦਾਵਲੀ ਤੇ ਜ਼ਰੂਰ ਕੰਟਰੋਲ ਕਰਨਾ ਚਾਹੀਦਾ ਵਾ। ਰਾਈਟ। ਅੱਛਾ, ਇਸ ਤੋਂ ਇਲਾਵਾ ਸਰ ਜਿਹੜਾ ਹੁਣ ਬੈਕ ਟੂ ਬੈਕ ਜਿਹੜੇ ਵੱਡੇ ਲੀਡਰ, ਸਟਾਰ ਕੈਂਪੇਨਰ ਜਿੱਥੇ ਅਫਕੋਰਸ ਪੰਜਾਬ ਦੇ ਵਿੱਚ ਆਏ, ਤੇ ਉਹਨਾਂ ਨੇ ਨਾ ਸਿਰਫ ਰੈਲੀਆਂ ਤੱਕ ਆਪਣੇ ਆਪ ਨੂੰ ਕੇਂਦਰਿਤ ਨਹੀਂ ਕੀਤਾ, ਸਗੋਂ ਉਹ ਆਪ ਚੱਲ ਕੇ ਬਹੁਤ ਸਾਰੇ ਡੇਰਿਆਂ ਤੱਕ ਵੀ ਗਏ। ਸੋ ਜਿਵੇਂ ਆਪਾਂ ਪਿਛਲੇ ਦਿਨੀ ਵੀ ਮੰਗਲਵਾਰ ਵੀ ਗੱਲ ਥੋੜੀ ਜਿਹੀ ਕੀਤੀ ਸੀ, ਤੇ ਅਜੇ ਵੀ ਇਹ ਜਿਹੜਾ ਦਸਤੂਰ ਏਦਾਂ ਹੀ ਜਾਰੀ ਹੈ, ਤੇ ਉਹ ਗੇੜੇ ਲੱਗਣੇ ਜਿਹੜੇ ਆ, ਉਹ ਥੋੜਾ ਜਿਹਾ ਦੱਸੋ, ਡੇਰਿਆਂ ਦਾ ਫੈਕਟਰ ਕਿੰਨਾ ਕਿ ਇਸ ਵਾਰੀ ਕੰਮ ਕਰ ਰਿਹਾ ਜਾਂ ਕਰੇਗਾ? ਹਰ ਇਲੈਕਸ਼ਨ ਦੇ ਵਿੱਚ ਡੇਰਾ ਫੈਕਟਰ ਜਿਹੜਾ ਵਾ ਇਹ ਵੱਡੀ ਭੂਮਿਕਾ ਨਿਭਾਉਂਦਾ ਵਾ, ਜਾਂ ਇਹ ਮੰਨਿਆ ਜਾਂਦਾ ਵੀ ਭੂਮਿਕਾ ਨਿਭਾਉਂਦਾ ਵਾ। ਔਰ ਕਈ ਜਿਹੜੇ ਨੇ ਉਹ ਤੇ ਖੁੱਲ੍ਹ ਕੇ ਆ ਜਾਂਦੇ ਨੇ ਕਿਸੇ ਨਾ ਕਿਸੇ ਪਾਰਟੀ ਜਾਂ ਕਿਸੇ ਨਾ ਕਿਸੇ ਕੈਂਡੀਡੇਟ ਦੇ ਹੱਕ ਦੇ ਵਿੱਚ, ਔਰ ਕਈ ਡੇਰੇ ਜਿਹੜੇ ਨੇ ਉਹ ਅੰਦਰਲੇ ਖਾਤੇ ਸਾਇਲੈਂਟਲੀ ਮਦਦ ਕਰਦੇ ਆ। ਮੁੱਖ ਤੌਰ ਤੇ ਮੇਰਾ ਆਪਣਾ ਐਕਸਪੀਰੀਅੰਸ ਹੈ, ਔਰ ਮੈਂ ਮੈਨੂੰ ਯਾਦ ਹੈ, ਮੈਂ ਜਦੋਂ ਉੱਥੇ ਜਰਨਲਿਜ਼ਮ ਕਰਦਾ ਸੀ, ਪੱਤਰਕਾਰੀ ਕਰਦਾ ਸੀ, ਤੇ ਮੈਂ ਬਹੁਤੇ ਥਾਵਾਂ ਤੇ ਗਿਆ ਵੀ ਹਾਂ। 6 ਡੇਰੇ ਨੇ ਪ੍ਰਮੁੱਖ ਪੰਜਾਬ ਦੇ ਵਿੱਚ, ਔਰ ਸਭ ਤੋਂ ਜ਼ਿਆਦਾ ਇਨਫਲੂਐਂਸ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਉਹ ਹੈ ਡੇਰਾ ਸੱਚਾ ਸੌਦਾ। ਉਹਦੇ ਹੈੱਡਕੁਆਟਰਸ ਤੇ ਸਿਰਸਾ 'ਚ ਆ, ਲੇਕਿਨ ਉਹਦਾ ਪੰਜਾਬ ਦੇ ਜਿਹੜੇ ਨਾਲ ਲੱਗਦੇ ਜ਼ਿਲ੍ਹੇ ਨੇ, ਖਾਸ ਕਰਕੇ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸੰਗਰੂਰ, ਇਹਨਾਂ ਏਰੀਆਜ਼ ਦੇ ਵਿੱਚ ਬਹੁਤ ਵੱਡਾ ਉਹਦਾ ਇਨਫਲੂਐਂਸ ਹੈ, ਔਰ ਮੰਨਿਆ ਜਾਂਦਾ ਵੀ 25 ਤੋਂ 28 ਸੀਟਾਂ ਤੱਕ ਉਹਦਾ ਇਨਫਲੂਐਂਸ ਹੈ। ਔਰ ਜਿਹੜੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਹੈ, ਫਰਲੋ ਦਿੱਤੀ ਹੈ 21 ਦਿਨਾਂ ਦੀ, 1 ਹਫ਼ਤਾ ਪਹਿਲੋਂ, 10 ਦਿਨ ਪਹਿਲੋਂ, ਉਹ ਲੱਗਦਾ ਵਾ ਕਿ ਸ਼ਾਇਦ ਕਿਸੇ ਨੇ ਜਾਣ ਬੁੱਝ ਕੇ ਵੋਟਰ ਨੂੰ ਇਨਫਲੂਐਂਸ ਕਰਨ ਵਾਸਤੇ ਦਿੱਤੀ ਹੈ। ਉਹ ਕਿਹਨੂੰ ਇਨਫਲੂਐਂਸ ਕਰੂਗਾ, ਕਿਹਨੂੰ ਫਾਇਦਾ ਦਊਗਾ, ਕਿਹਨੂੰ ਨੁਕਸਾਨ ਦਊਗਾ, ਇਹ ਤੇ ਹਾਲੇ ਕੋਈ ਬਹੁਤਾ ਕਲੀਅਰ ਨਹੀਂ ਹੋ ਰਿਹਾ। ਪਰ ਦੱਸਿਆ ਜਾਂਦਾ ਵਾ ਵੀ ਗੁੜਗਾਉਂ 'ਚ ਰਹਿ ਕੇ ਉਹ ਟੈਲੀਫੋਨ ਦੇ ਜ਼ਰੀਏ ਇੰਸਟਰਕਸ਼ਨਸ ਆਪਣੇ ਆਪਣੇ ਫਾਲੋਅਰਸ ਨੂੰ ਆਪਣੇ ਤਰੀਕੇ ਨਾਲ ਦੇ ਰਹੇ ਆ। ਸੋ ਡੇਰਾ ਸੱਚਾ ਸੌਦਾ ਤੋਂ ਇਲਾਵਾ ਜਿਹੜੇ ਬਾਕੀ ਡੇਰੇ ਕਾਫੀ ਇਨਫਲੂਐਂਸ ਰੱਖਦੇ ਆ, ਉਹਦੇ 'ਚ ਇੱਕ ਤੇ ਹੈ ਰਾਧਾ ਸਵਾਮੀ ਸਤਸੰਗ ਬਿਆਸ। ਇਹਨਾਂ ਦੀ ਫੋਲੋਇੰਗ ਤੇ ਡੇਰਾ ਸੱਚਾ ਸੌਦਾ ਨੂੰ ਵੀ ਜ਼ਿਆਦਾ ਵਾ। ਕੋਈ ਲੋਕੀ ਕਹਿੰਦੇ ਵੀ ਸ਼ਾਇਦ ਵਰਲਡ ਵਾਈਡ ਉਹਨਾਂ ਦੀ 80-90 ਮਿਲੀਅਨ ਦੀ ਫੋਲੋਇੰਗ ਆ, ਲੇਕਿਨ ਪੰਜਾਬ ਦੇ ਵਿੱਚ ਉਹਨਾਂ ਦਾ ਇਨਫਲੂਐਂਸ ਕਰੀਬ 19-20 ਡੇਰਿਆਂ ਤੇ ਆ। ਵੈਸੇ ਉਹਨਾਂ ਦੇ ਹੈੱਡਕੁਆਟਰਸ ਤੇ ਕਰੀਬ ਸਾਰੇ ਜ਼ਿਲ੍ਹਿਆਂ ਦੇ ਵਿੱਚ, ਸਾਰੇ ਤਹਿਸੀਲ ਹੈੱਡਕੁਆਟਰਸ ਤੱਕ ਵੀ ਹੈ, ਲੇਕਿਨ ਜ਼ਿਆਦਾ ਇਨਫਲੂਐਂਸ ਉਹਨਾਂ ਦਾ 19-20 ਤੱਕ ਆ। ਪਰ ਡੇਰਾ ਜਿਹੜਾ ਰਾਧਾ ਸਵਾਮੀ ਆ, ਇਹ ਨਾਰਮਲੀ ਦਿੰਦਾ ਨਹੀਂ ਹੁੰਦਾ ਇੰਸਟਰਕਸ਼ਨ ਜਾਂ ਆਦੇਸ਼ ਫਾਲੋਅਰਸ ਨੂੰ ਕਿ ਇਹਨੂੰ ਵੋਟ ਪਾਓ ਜਾਂ ਨਾ ਪਾਓ। ਲੇਕਿਨ ਐਰਕੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ 10 ਦਿਨਾਂ ਦੇ ਵਿੱਚ ਪਹਿਲਾਂ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਪ੍ਰਧਾਨ ਮੰਤਰੀ ਨੂੰ ਦਿੱਲੀ 'ਚ ਮਿਲ ਕੇ ਆਉਂਦੇ ਆ, ਔਰ ਫਿਰ ਅਮਿਤ ਸ਼ਾਹ ਗ੍ਰਹਿ ਮੰਤਰੀ 2 ਦਿਨ ਪਹਿਲੋਂ ਜਦੋਂ ਪੰਜਾਬ ਆਉਂਦੇ ਆ, ਉਹ ਬਿਆਸ ਖਾਸ ਰਾਧਾ ਸਵਾਮੀ ਦੇ ਮੁਖੀ ਨੂੰ ਮਿਲਣ ਜਾਂਦੇ ਆ। ਇਹਦੇ ਪਿੱਛੇ ਲੋਕਾਂ ਨੂੰ ਲੱਗ ਰਿਹਾ ਵਾ ਵੀ ਕੋਈ ਜ਼ਰੂਰ ਕੋਈ ਗੱਲਬਾਤ ਜ਼ਰੂਰ ਚੱਲ ਰਹੀ ਹੋਊਗੀ ਜਾਂ ਦਾਲ 'ਚ ਕੋਈ ਕਾਲਾ ਵਾ। ਇਸ ਤੋਂ ਇਲਾਵਾ ਫਿਰ ਹੈ ਬਹੁਤ ਇਨਫਲੂਐਂਸ਼ੀਅਲ ਡੇਰਾ ਜਿਹੜਾ ਵਾ, ਉਹ ਹੈ ਡੇਰਾ ਸੱਚਖੰਡ ਬਲੀਆਂ। ਸੱਚਖੰਡ ਬਲੀਆਂ ਜਿਹੜਾ ਵਾ ਉਹ ਜਿਹੜੇ ਰਵਿਦਾਸੀ ਆ ਪੰਜਾਬ ਦੇ ਵਿੱਚ, ਜੇ 32% ਦਲਿਤ ਭਾਈਚਾਰਾ ਵਾ, ਤੇ ਉਹਦੇ ਚੋਂ 21-22% ਰਵਿਦਾਸੀ ਵਾ ਜਾਂ ਰਮਦਾਸੀਆ ਜਿਹਨਾਂ ਨੂੰ ਕਹੀਦਾ। ਚਰਨਜੀਤ ਸਿੰਘ ਚੰਨੀ ਵੀ ਇਸੇ ਹੀ ਸਬਕਾਸਟ ਚੋਂ ਨੇ, ਕਾਂਸ਼ੀ ਰਾਮ ਵੀ ਇਹਨਾਂ ਦੇ ਵਿੱਚੋਂ ਹੀ ਸੀ। ਸੋ ਉਹਨਾਂ ਦਾ ਇਨਫਲੂਐਂਸ 8-10 ਸੀਟਾਂ ਦੇ ਉੱਤੇ ਮੰਨਿਆ ਜਾਂਦਾ। ਇਸ ਤੋਂ ਇਲਾਵਾ ਸੰਤ ਨਿਰੰਕਾਰੀ ਮਿਸ਼ਨ ਜਿਹੜਾ ਵਾ 3-4 ਸੀਟਾਂ ਤੇ ਉਹਨਾਂ ਦਾ, ਨਾਮਧਾਰੀ ਸੈਕਟ ਦਾ ਵੀ 1-2 ਸੀਟਾਂ ਦੇ ਉੱਤੇ ਜ਼ਰੂਰ ਹੈ ਲੁਧਿਆਣੇ ਦੇ ਨੇੜੇ। ਸੋ ਇਹ ਇਨਫਲੂਐਂਸ ਤਕਰੀਬ ਆਲਮੋਸਟ 65 ਤੋਂ 70 ਸੀਟਾਂ ਤੇ ਕਰ ਸਕਦੇ ਆ। ਐਰਕੀ ਕਰਦੇ ਕਿ ਨਹੀਂ ਕਰਦੇ, ਇਹ ਤੇ ਚੋਣਾਂ ਤੋਂ ਬਾਅਦ ਹੀ ਜਿਹੜੀ ਅਸਲੀ ਗੱਲ ਜਿਹੜੀ ਆ ਉਹ ਬਾਹਰ ਨਿਕਲਦੀ ਹੁੰਦੀ ਆ। ਜੀ ਹਰਜਿੰਦਰ। ਸਰ ਸਾਹਿਬ,
ਕੋਈ ਮੈਂ ਇਹ ਸਵਾਲ ਹੋ ਸਕਦਾ ਮੇਰਾ ਥੋੜਾ ਡਿਫਰੈਂਟ ਲੱਗੇ, ਪਰ ਕਦੀ ਇੱਦਾਂ ਉਮੀਦ ਕੀਤੀ ਜਾ ਸਕਦੀ ਕਿ ਆਉਣ ਵਾਲੇ ਸਮੇਂ 'ਚ ਕਿ ਆਹ ਜੀ ਫਲਾਣੇ ਵਿਦਿਅਕ ਅਦਾਰੇ ਦਾ ਪ੍ਰਭਾਵ ਹੈ ਬਹੁਤ, ਤੇ ਇਸ ਵਿਦਿਅਕ ਅਦਾਰੇ ਨੇ ਜਿੱਧਰ ਨੂੰ ਇੰਸਟਰਕਸ਼ਨਸ ਦੇਤੀਆਂ ਉਧਰ ਨੂੰ ਲੋਕਾਂ ਨੇ ਭੁਗਤ ਜਾਣਾ, ਕਦੀ ਹੋ ਸਕਦਾ ਇੱਦਾਂ ਸੋਚ ਲਾਂਗੇ ਅਸੀਂ? ਇਹ ਹੁਣ ਵੀ ਥੋੜਾ ਬਹੁਤ ਵਿਦਿਅਕ ਅਦਾਰੇ ਜਾਂ ਜਿਹੜੇ ਵਾਤਾਵਰਨ ਨਾਲ ਸੰਬੰਧਿਤ ਅਦਾਰੇ ਨੇ ਉਹ ਇਨਫਲੂਐਂਸ ਰੱਖਦੇ ਆ ਆਪਣੇ ਆਪਣੇ ਇਲਾਕੇ ਦੇ ਵਿੱਚ, ਪਰ ਉਹ ਨਾਰਮਲੀ ਇਸ ਚੱਕਰ 'ਚ ਪੈਂਦੇ ਨਹੀਂਗੇ ਕਿ ਅਸੀਂ ਆਪਣੇ ਫੋਲੋਅਰਸ ਨੂੰ ਕਹੋ ਵੀ ਇੱਧਰ ਵੋਟਾਂ ਪਾਓ ਜਾਂ ਦੂਜੇ ਪਾਸੇ ਪਾਓ। ਜਿਵੇਂ ਤੁਹਾਨੂੰ ਪਤਾ ਹੀ ਹੈ ਬਾਬਾ ਸੀਚੇਵਾਲ ਕਪੂਰਥਲੇ ਦੇ ਵਿੱਚ ਉਹਨਾਂ ਨੇ ਕਾਫੀ ਵਾਤਾਵਰਨ ਵਾਸਤੇ ਕੰਮ ਕੀਤਾ। ਇਸੇ ਤਰ੍ਹਾਂ ਹੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਦੇ ਕੋਲ ਉਹਨਾਂ ਦਾ ਥਾਂ ਵਾ, ਬੜਾ ਵਧੀਆ ਕੰਮ ਕਰ ਰਹੇ ਉੱਥੇ, ਲੇਕਿਨ ਮੇਰਾ ਨਹੀਂ ਖਿਆਲ ਕਿ ਉਹ ਇੰਸਟਰਕਸ਼ਨਸ ਇਹੋ ਜਿਹੀਆਂ ਦਿੰਦੇ ਆ, ਉਹ ਇਹਦੇ ਤੋਂ ਦੂਰ ਹੀ ਰਹਿੰਦੇ ਆ। ਔਰ ਸ਼ਾਇਦ ਸਹੀ ਗੱਲ ਵੀ ਇਹੋ ਹੀ ਆ ਕਿ ਇਹ ਡੇਰੇ ਜਿਹੜੇ ਨੇ ਜਾਂ ਧਾਰਮਿਕ ਡੇਰੇ ਨੇ ਜਾਂ ਵਿਦਿਅਕ ਡੇਰੇ ਨੇ ਜਾਂ ਕਿਸੇ ਵਾਤਾਵਰਨ ਨਾਲ ਸੰਬੰਧਿਤ ਨੇ ਜਾਂ NGOs ਜਿਹੜੀਆਂ ਵਾ ਉਹ ਸਿਆਸਤ ਦੇ ਵਿੱਚ ਨਾ ਆਉਣ ਤੇ ਬਿਹਤਰ ਹੈ। ਪਰ ਇਹ ਜਿਹੜਾ ਠੇਕਾ ਜੀ, ਫਿਰ ਤੁਸੀਂ ਆਪਾਂ ਇਹ ਮੰਨ ਕੇ ਚੱਲਣਾ ਪਏਗਾ ਕਿ ਜਿਹੜਾ ਡੇਰੇਦਾਰੀ ਸਿਸਟਮ ਚੱਲ ਰਿਹਾ ਉਹ ਉਹਨਾਂ ਇਕੱਲੇ ਉਹਨਾਂ ਠੇਕੇਦਾਰਾਂ ਤੱਕ ਹੀ ਰਹੇਗਾ ਕੇਂਦਰਿਤ, ਵੀ ਉਹਦੇ ਵਿੱਚ ਸਾਨੂੰ ਕੋਈ ਹੋਰ ਇੰਟੈਲੈਕਚੁਅਲ ਲੈਵਲ ਦੇ ਉੱਪਰ ਗਾਈਡ ਕਰਨ ਵਾਲਿਆਂ ਦਾ ਕੋਈ ਸਕੋਪ ਦਿਖਦਾ ਨਹੀਂ ਹੈ? ਸਕੋਪ ਹੈਗਾ ਜੀ, ਜੇ ਸਾਡੀਆਂ ਮੇਨ ਰਿਲੀਜੀਅਸ ਧਾਰਮਿਕ ਜਿਹੜੀਆਂ ਸੰਸਥਾਵਾਂ ਵਾ ਜੇ ਉਹ ਆਪਣਾ ਕੰਮ ਸਹੀ ਕਰਨ ਤੇ ਸ਼ਾਇਦ, ਕਿਉਂਕਿ ਇਹਨਾਂ ਡੇਰਿਆਂ ਦੇ ਵਿੱਚ ਬਹੁਤੇ ਗਰੀਬ ਲੋਕ ਜਿਹੜੇ ਨੇ ਉਹ ਜਾਂਦੇ ਆ। ਜੇ ਕਿਤੇ SGPC ਵਰਗੀ ਸੰਸਥਾ, ਇਹ ਹੋਰ ਗੱਲ ਹੈ ਕਿ SGPC ਮੰਦਭਾਗੀ ਗੱਲ ਹੈ ਕਿ ਉਹ ਇੱਕ ਸਿਆਸੀ ਪਾਰਟੀ ਨਾਲ ਜੁੜੀ ਹੋਈ ਹੈ, ਅਦਰਵਾਈਜ਼ SGPC ਵਰਗੀ ਸੰਸਥਾ ਜਾਂ ਜਿਹੜੇ ਬਾਕੀ ਧਰਮਾਂ ਦੇ ਜਿਹੜੇ ਵੱਡੇ ਸੰਸਥਾਨ ਨੇ ਜਿਹੜੇ ਜਾਂ ਆਰਗੇਨਾਈਜੇਸ਼ਨਸ ਆ, ਜੇ ਉਹ ਆਪਣਾ ਕੰਮ ਸਹੀ ਕਰਦੇ ਹੋਣ ਔਰ ਜੋ ਸਾਰੇ ਗੁਰੂਆਂ ਪੀਰਾਂ ਨੇ ਕਿਹਾ ਵਾ ਕਿ ਸਾਰੇ ਲੋਕ ਬਰਾਬਰ ਹੁੰਦੇ ਆ, ਜੇ ਉਸ ਤਰੀਕੇ ਨਾਲ ਚੱਲਣ ਤੇ ਸ਼ਾਇਦ ਇਹ ਡੇਰਾਵਾਦ ਜਿਹੜਾ ਵਾ ਇਹ ਫਲਰਿਸ਼ ਨਹੀਂ ਕਰ ਸਕਦਾ। ਲੇਕਿਨ ਇਹ ਨਹੀਂ ਹੋ ਰਿਹਾ ਔਰ ਇਸੇ ਕਰਕੇ ਜਿਹੜੇ ਗਰੀਬ ਲੋਕ ਆ ਉਹ ਡੇਰਿਆਂ ਵੱਲ ਆਪਣਾ ਜਾਣ ਲੱਗ ਪੈਂਦੇ ਜੀ। ਸੋ ਅਸੀਂ ਦੀਪ ਸਿੱਧੂ ਹੋਰਾਂ ਦਾ ਸੰਸਕਾਰ ਕੱਲ੍ਹ ਹੋਇਆ ਤੇ ਉਹਦੇ ਵਿੱਚ ਜਿਹੜਾ ਇੱਕ ਇਕੱਠ ਜਾਂ ਠਾਠਾਂ ਮਾਰਦਾ ਲਹਿਰਾਂ ਦੇ ਰੂਪ ਦੇ ਵਿੱਚ ਜੋ ਲੋਕਾਂ ਦਾ ਜਿਹੜਾ ਕਹਿ ਲਈਏ ਕਿ ਇਕੱਠੇ ਹੋਣਾ, ਤੇ ਨਾ ਸਿਰਫ ਇਕੱਠੇ ਹੋਣਾ ਬਲਕਿ ਭੁੱਬਾ ਮਾਰ ਮਾਰ ਕੇ ਰੋਂਦਿਆਂ ਦੇਖਣਾ ਜਿਹੜਾ, ਜਾਂ ਆਪ ਮੁਹਾਰੇ ਉੱਥੇ ਜਾਣਾ, ਇਹ ਕਿੱਡਾ ਕੁ ਵੱਡਾ ਫੈਕਟਰ ਹੋਏਗਾ। ਸਿਮਰਨਜੀਤ ਸਿੰਘ ਮਾਨ ਹੋਰੀ ਜਿਨ੍ਹਾਂ ਦੀ ਉਹ ਆਖਰੀ ਦਿਨਾਂ ਦੇ ਵਿੱਚ ਸਪੋਰਟ ਕਰ ਰਿਹਾ ਸੀ, ਉਹ ਕਿੰਨਾ ਗੁਣਾ ਤੱਕ ਉਹ ਜਿਹੜੀ ਇਸ ਘਟਨਾ ਤੋਂ ਬਾਅਦ ਵਿੱਚ ਜਿਹੜੀ ਵੋਟ ਵਧਣ ਦੇ ਚਾਂਸਿਸ ਨੇ, ਇਹਦੀ ਗੱਲ ਕਰਾਂਗੇ। ਤੇ ਕੁਛ ਹੋਰ ਅਪਡੇਟਸ ਸਾਡੇ ਨਾਲ ਇੱਕ ਕਾਲਰ ਨੇ, ਆਪਾਂ ਇੱਕ ਕਾਲ ਲੈ ਲੈਂਦੇ ਹਾਂ ਤੇ ਨਾਲ ਇਸ ਤੋਂ ਬਾਅਦ ਦੋਸਤੋ ਜੇਕਰ ਹੋਰ ਵੀ ਸਾਡੇ ਸਰੋਤੇ ਕੋਈ ਗੱਲ ਕਰਨਾ ਚਾਹਣ ਤਾਂ 905 601 1350 9056011350 ਤੇ ਆਪਾਂ ਕੋਈ 2-3 ਕਾਲਸ ਹੋਰ ਔਨ 에ਅਰ ਲੈ ਸਕਾਂਗੇ। ਜੋਤੀ ਬਾਲਾ ਜੀ ਨੇ ਜੀ ਸਾਡੇ ਅਗਲੇ ਕਾਲਰ। ਹਾਂਜੀ ਜੋਤੀ। ਗਿੱਲ ਸਾਹਿਬ, ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮੌਂਟਰੀਅਲ। ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਸਿੱਧੂ ਸਾਹਿਬ ਤੁਹਾਡਾ ਗਰਾਊਂਡ ਲੈਵਲ ਦਾ ਬੜਾ ਤਜਰਬਾ ਹੈ, ਗਿੱਲ ਸਾਹਿਬ ਦਾ ਵੀ ਤਜਰਬਾ ਹੈ, ਤੇ 1900 ਜਿਹੜਾ ਲਾਸਟ ਵਾਲਾ ਇਲੈਕਸ਼ਨ ਹੋਇਆ ਸੀ ਤੇ ਸਿੱਧੂ ਦੀ ਆਪਣੀ ਜ਼ਬਾਨੀ ਹੈ, ਨਵਜੋਤ ਸਿੱਧੂ ਦੀ, 55 ਥਾਵਾਂ ਤੇ ਮੈਂ ਗਿਆ ਤੇ 52 ਬੰਦੇ ਉਹ ਮੈਂ ਜਿੱਥੇ ਜਿੱਥੇ ਗਿਆ ਵਾ ਕੈਂਪੇਨ ਕਰਨ ਵਾਸਤੇ, ਤੇ ਉਹ 52 ਸੀਟਾਂ ਮੈਂ ਲੈ ਕੇ ਦਿੱਤੀਆਂ। ਲੇਕਿਨ ਐਤਕੀ ਜਿਹੜਾ ਉਹ ਕੀ ਗੱਲ, ਉਹ ਬੱਬਰ ਸ਼ੇਰ ਜਿਹੜਾ ਉਹਦੇ ਅੰਦਰ ਉਹ ਕੀ ਗੱਲ ਲੁਕਿਆ ਪਿਆ ਜਾਂ ਡਰ ਗਿਆ ਉਹ ਵੀ ਐਤਕੀ ਆਪਣੀ ਸੀਟ ਵਾਸਤੇ ਪ੍ਰਚਾਰ ਕਰਨ ਵਾਸਤੇ ਬਿੱਟੂ ਚੰਨੀ ਸਾਰਿਆਂ ਨੂੰ ਰੋਡ ਸ਼ੋਅ ਵੀ ਕਰਨੇ ਪੈਂਦੇ ਨੇ। ਤੇ ਇਹ ਜਿਹੜਾ ਇਹਦੇ ਇੱਕ ਪ੍ਰਗਟ ਸਿੰਘ ਦੀ ਬਾਰੇ ਦੱਸਿਓ ਜੀ, ਇਹ ਤਾਂ ਦੋਨੇ ਬੰਦੇ ਬੜੇ ਸਾਫ਼ ਸੁਥਰੇ ਸੀ, ਤੇ ਹੁਣ ਵੀ ਜਿੱਥੇ ਪ੍ਰਗਟ ਸਿੰਘ ਦੇ ਪਿਤਾ ਜੀ ਵੀ ਨਾਲ ਜਾਂਦੇ ਨੇ, ਉਹ ਪਿੰਡ ਵਾਲੇ ਵੀ, ਜਿੱਦਾਂ ਮਿੱਠਾਪੁਰ ਪਿੰਡ ਹੈ, ਉਹ ਪਿੰਡ ਵਾਲੇ ਵੀ ਉਹਨਾਂ ਨੂੰ ਵੜਨ ਨਹੀਂ ਦਿੰਦੇ ਕਰਕੇ। ਇਹ ਕੀ ਜੀ ਇਹਨਾਂ ਦੇ ਜ਼ਿਆਦਾ ਭੁਗਤੀ ਵਾਲੇ ਪਾਸੇ ਲੱਗੇ ਨੇ, ਤੇ ਤਾਂ ਥੋੜ੍ਹਾ ਜਿਹਾ ਹੋ ਗਿਆ ਵੀ ਉਹ ਦਿਮਾਗ ਨੂੰ ਉਧਰਲੇ ਪਾਸੇ ਚੱਲ ਗਿਆ। ਇਹਦੇ 52 ਸੀਟਾਂ ਜਿਤਾਉਣ ਵਾਲਾ ਬੰਦਾ ਅੱਜ ਆਪਣੀ ਸੀਟ ਉਹ ਲੂਜ਼ ਸਮਝਣ ਡਿਆ। ਸਿੱਧੂ ਸਾਹਿਬ ਇਹ ਬਾਰੇ ਦਿਓ ਆਪਣੇ ਮੁੱਢਲੇ ਵਿੱਚ ਵਿਚਾਰ। ਕੰਵਰ ਸੰਧੂ ਸਾਹਿਬ ਨੇ ਜੀ ਆਪਣੇ ਨਾਲ। ਬਹੁਤ ਇੰਟਰਸਟਿੰਗ ਸਵਾਲ ਹਰਜਿੰਦਰ ਇਹਨਾਂ ਨੇ ਕੀਤਾ ਵਾ। ਇੱਕ ਤੇ ਕੁਝ ਨਵਜੋਤ ਸਿੱਧੂ ਨੇ ਆਪ ਵੀ ਗਲਤੀਆਂ ਕੀਤੀਆਂ ਵਾ ਕਿ ਉਹ ਆਪਣੀ ਸਰਕਾਰ ਦੀ ਆਲੋਚਨਾ ਕਰਦੇ ਰਹੇ ਔਰ ਕੁਝ ਗਲਤੀਆਂ ਕਰਕੇ ਜਿਹੜੀ ਪਾਰਟੀ ਆ ਉਹਨਾਂ ਨੇ ਉਹਨਾਂ ਨੂੰ ਦੂਰ ਕਰਤਾ, ਔਰ ਇਹੋ ਹੀ ਵਜ੍ਹਾ ਬਣੀ ਆ ਕਿ ਉਹਨਾਂ ਨੂੰ ਸਟਾਰ ਕੈਂਪੇਨਰ ਵਜੋਂ ਨਹੀਂ ਵਰਤਿਆ ਗਿਆ ਔਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਚਿਹਰਾ ਐਲਾਨ ਦਿੱਤਾ ਵਾ। ਇਹ ਸਹੀ ਗੱਲ ਹੈ ਜਿਹੜੀ ਭਾਈ ਸਾਹਿਬ ਨੇ ਕਹੀ ਆ ਕਿ ਪਿਛਲੀ ਵਾਰੀ ਜਿਹੜੀਆਂ ਸੀਟਾਂ ਤੇ ਉਹ ਕੈਂਪੇਨ ਕਰਨ ਗਏ ਆ, ਕਰੀਬ ਸਾਰੀਆਂ ਸੀਟਾਂ, ਬਹੁਤੀਆਂ ਸੀਟਾਂ ਜਿਹੜੀਆਂ ਵਾ ਕਾਂਗਰਸ ਜਿੱਤ ਗਈ ਸੀ। ਮੈਨੂੰ ਯਾਦ ਹੈ ਮੇਰੀ ਆਪਣੀ ਖਰੜ ਦੀ ਸੀਟ ਸੀ, ਉੱਥੇ ਉਹਨਾਂ ਨੇ ਆਉਣਾ ਸੀ ਪਰ ਉਹ ਆਏ ਨਹੀਂ।
ਠੀਕ ਹੈ। ਔਰ ਬਾਅਦ ਚ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਕਿਉਂਕਿ ਮੈਂ ਤੁਹਾਨੂੰ ਚੰਗਾ ਸਮਝਦਾ ਹਾਂ, ਇਸ ਕਰਕੇ ਮੈਂ ਤੁਹਾਡੇ ਹਲਕੇ ਦੇ ਵਿੱਚ ਕੈਂਪੇਨ ਤੁਹਾਡੇ ਖਿਲਾਫ ਕਰਨ ਵਾਸਤੇ ਨਹੀਂ ਸੀ ਆਇਆ। ਮੈਨੂੰ ਇਹਨਾਂ ਨੇ ਆਪ ਮਿਲ ਕੇ ਕਿਹਾ। ਪਰ ਬਾਕੀ ਜਿੱਥੇ ਗਿਆ ਵਾ ਬਹੁਤੀਆਂ ਸੀਟਾਂ ਉਹ ਜਿੱਤ ਗਏ ਸਨ। ਕਾਂਗਰਸ ਨੇ ਮੇਰਾ ਖਿਆਲ ਇਹ ਬਹੁਤ ਵੱਡੀ ਗਲਤੀ ਕੀਤੀ ਆ ਕਿ ਉਹਨਾਂ ਨੂੰ ਬਤੌਰ ਕੈਂਪੇਨਰ ਨਹੀਂ ਇਸਤੇਮਾਲ ਕੀਤਾ। ਔਰ ਜੇ ਉਹਨਾਂ ਨੂੰ ਸ਼ਾਇਦ ਇਹ ਮੁੱਖ ਮੰਤਰੀ ਚਿਹਰਾ ਐਲਾਨ ਦਿੰਦੇ, ਉਹਦੀਆਂ 'ਚ ਖਾਮੀਆਂ ਵਾ ਨਵਜੋਤ ਦੇ ਵਿੱਚ। ਉਹਨੇ ਕੁਝ ਗਲਤੀਆਂ, ਬਹੁਤ ਵੱਡੀਆਂ ਗਲਤੀਆਂ ਕੀਤੀਆਂ ਵਾ। ਪਾਰਟੀ ਹਾਈਕਮਾਂਡ ਦੀ ਆਲੋਚਨਾ ਕਰਨੀ, ਆਪਣੀ ਸਰਕਾਰ ਦੀ ਆਲੋਚਨਾ ਕਰਨੀ, ਲੇਕਿਨ ਇਸ ਮੌਕੇ ਤੇ ਆ ਕੇ ਜੇ ਉਹਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿੰਦੇ ਔਰ ਉਹਨੂੰ ਵਰਤਦੇ ਤੇ ਉਹਦਾ ਬਹੁਤ ਵੱਡੇ ਪੱਧਰ ਤੇ ਅਸਰ ਹੋ ਸਕਦਾ ਸੀ। ਜੇ ਭਗਵੰਤ ਮਾਨ ਦਾ ਜਾਂ ਸੁਖਬੀਰ ਬਾਦਲ ਦਾ ਜੋ ਕੋਈ ਮੁਕਾਬਲਾ ਕਰ ਸਕਦਾ ਵਾ ਕੈਂਪੇਨਿੰਗ ਦੇ ਵਿੱਚ, ਤੇ ਉਹ ਸਿਰਫ ਨਵਜੋਤ ਸਿੱਧੂ ਕਰ ਸਕਦਾ ਵਾ। ਪ੍ਰਗਟ ਸਿੰਘ ਵੀ ਬਹੁਤ ਅੱਛੇ ਇਨਸਾਨ ਨੇ, ਬੜੇ ਚੰਗੇ ਕੰਮ ਉਹਨਾਂ ਨੇ ਕੀਤੇ ਆ ਐਜ਼ MLA, ਬਤੌਰ ਮੰਤਰੀ ਵੀ ਥੋੜ੍ਹੀ ਦੇਰ ਰਹੇ ਆ। ਲੇਕਿਨ ਪ੍ਰੋਬਲਮ ਇਹ ਆ ਵੀ ਬਹੁਤੇ ਥਾਵਾਂ ਤੇ ਕਿਸਾਨ ਜਥੇਬੰਦੀਆਂ ਕਾਂਗਰਸ ਦਾ ਵਿਰੋਧ ਕਰ ਰਹੀਆਂ। ਹਾਲੀ ਮੇਰਾ ਮੰਨਣਾ ਵਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਅਮਰਿੰਦਰ ਸਿੰਘ ਵੇਲੇ ਔਰ ਫਿਰ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੇਲੇ ਜਿੰਨੀ ਮਦਦ ਉਹਨਾਂ ਨੇ ਇਸ ਕਿਸਾਨ ਅੰਦੋਲਨ ਦੀ ਕੀਤੀ ਆ, ਜੇ ਉਹ ਨਾ ਕਰਦੇ ਤੇ ਸ਼ਾਇਦ ਕਿਸਾਨ ਅੰਦੋਲਨ ਇਸ ਹੱਦ ਤੱਕ ਕਾਮਯਾਬ ਸ਼ਾਇਦ ਨਹੀਂ ਸੀ ਹੋ ਸਕਣਾ। ਪੰਜਾਬ ਦੇ ਵਿੱਚ ਉਹਨਾਂ ਨੂੰ ਪੂਰੀ ਖੁੱਲੀ ਛੋਟ ਦਿੱਤੀ ਸੀ, ਪਰ ਫਿਰ ਵੀ ਕਿਸਾਨ ਜਿਹੜੇ ਨੇ ਹਾਲੀ ਵੀ ਉਹਨਾਂ ਦੀ ਜਥੇਬੰਦੀਆਂ ਕਾਂਗਰਸ ਆਗੂਆਂ ਦਾ ਵਿਰੋਧ ਕਰ ਰਹੀਆਂ ਵਾ। ਔਰ ਇਸੇ ਹੀ ਕੜੀ ਦੇ ਵਿੱਚ ਪ੍ਰਗਟ ਸਿੰਘ ਦਾ ਵੀ ਵਿਰੋਧ ਹੋ ਰਿਹਾ। ਦੂਜੀ ਗੱਲ ਜਿਹੜੀ ਤੁਸੀਂ ਹਰਜਿੰਦਰ ਗੱਲ ਕੀਤੀ ਹੈ, ਮੈਂ ਉਹਦੇ ਤੇ ਜ਼ਿਕਰ ਕਰਨਾ ਚਾਹੁੰਦਾ ਵਾਂ ਇਸ ਤੋਂ ਪਹਿਲਾਂ ਵੀ ਸਮਾਂ ਖਤਮ ਹੋ ਜਾਏ। ਦੀਪ ਸਿੱਧੂ ਲਾਸਟ ਕੈਂਪੇਨ ਕਰਕੇ ਗਿਆ ਵਾ ਅਮਰਗੜ੍ਹ ਦੇ ਵਿੱਚ, ਜਿਹੜਾ ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ ਆ, ਸਿਮਰਨਜੀਤ ਮਾਨ ਦੇ ਹੱਕ ਦੇ ਵਿੱਚ। ਹਾਂਜੀ। ਔਰ ਉਹ ਭਾਸ਼ਣ ਜਿਹੜਾ ਵਾ ਉਹ ਇੱਕ ਇਤਿਹਾਸਿਕ ਭਾਸ਼ਣ ਬਣ ਗਿਆ। ਤੁਹਾਨੂੰ ਪਤਾ ਹੀ ਆ ਕਿ ਸਿਮਰਨਜੀਤ ਮਾਨ ਦਾ ਉੱਥੇ ਕਾਫੀ ਤਕੜਾ ਮੁਕਾਬਲਾ ਵਾ। ਉੱਥੇ ਕਾਂਗਰਸ ਵੱਲੋਂ ਸੁਮਿਤ ਸਿੰਘ ਨੂੰ ਖੜਾ ਕੀਤਾ ਵਾ, ਜੋ ਨਵਜੋਤ ਸਿੱਧੂ ਦਾ ਰਿਸ਼ਤੇਦਾਰ ਆ। ਔਰ ਅਕਾਲੀ ਦਲ ਵੱਲੋਂ ਉੱਥੇ ਹੈ ਇਕਬਾਲ ਸਿੰਘ ਝੁੰਡਾ ਤੇ ਆਪ ਵੱਲੋਂ ਹੈ ਜਸਵੰਤ ਸਿੰਘ ਗੱਜਨ ਮਾਜਰਾ। ਸੋ ਤਕੜਾ ਮੁਕਾਬਲਾ ਵਾ। ਔਰ ਸਡਨਲੀ ਦੀਪ ਸਿੱਧੂ ਦੀ ਉਹ ਲਾਸਟ ਸਪੀਚ ਜਿਹੜੀ ਇਸ ਵੇਲੇ ਵਾਇਰਲ ਹੋ ਰਹੀ ਆ, ਉਹਦੇ ਕਰਕੇ ਸਿਮਰਨਜੀਤ ਮਾਨ ਨੂੰ ਹੁਣ ਮੰਨਿਆ ਜਾ ਰਿਹਾ ਵਾ ਕਿ ਉਹਨਾਂ ਦੇ ਚੰਗੇ ਚਾਂਸਿਸ ਨੇ, ਉਹਨਾਂ ਦੀ ਸਿਚੁਏਸ਼ਨ ਹੋਰ ਇੰਪਰੂਵ ਹੋਈ ਆ। ਦੀਪ ਸਿੱਧੂ ਔਰ ਇੱਕ ਹੋਰ ਐਕਟਰਸ ਹੈ ਸੋਨੀਆ ਮਾਨ, ਉਹ ਵੀ ਉੱਥੇ ਕੈਂਪੇਨ ਕਰ ਰਹੇ। ਔਰ ਦੀਪ ਸਿੱਧੂ ਦੀ ਡੈਥ ਤੋਂ ਬਾਅਦ ਕੁਝ ਹੋਰ ਲੋਕੀ ਵੀ ਉੱਥੇ ਜਿਹੜੇ ਕੋਈ ਐਕਟਰ ਨੇ ਔਰ ਹੋਰ ਵੀ ਕਲਾਕਾਰ ਨੇ, ਉਹ ਵੀ ਉੱਥੇ ਕੈਂਪੇਨਿੰਗ ਕਰਨ ਜਾ ਰਹੇ ਆ। ਔਰ ਉਹ ਜਿਹੜੀ ਲਾਸਟ ਸਪੀਚ ਆ ਔਰ ਜਿਹੜੀ ਲਾਸਟ ਫੋਟੋ ਆ ਜਿਹੜੀ ਵਾਇਰਲ ਹੋ ਰਹੀ ਹੈ, ਇੱਕ ਪਾਸੇ ਇੱਕ ਹੱਥ ਦੇ ਵਿੱਚ ਕਿਰਪਾਨ ਫੜੀ ਹੈ, ਦੂਜੇ ਹੱਥ ਝਾੜੂ ਫੜਿਆ ਵਾ। ਇਲੈਕਸ਼ਨਾਂ ਦੇ ਸੰਦਰਭ ਦੇ ਵਿੱਚ ਇਹਨੂੰ ਆਪਾਂ ਕਿਸੇ ਜਿਵੇਂ ਮਰਜ਼ੀ ਲੈ ਲਈਏ, ਪਰ ਇਹ ਬੜਾ ਪਾਵਰਫੁਲ ਸਿੰਬਲ ਹੈ ਉਹਨਾਂ ਦਾ ਕਹਿਣਾ ਕਿ ਤੁਸੀਂ ਚੁਣਨਾ ਵਾ, ਵੀ ਤੁਸੀਂ ਕਿਰਪਾਨ ਚੁਣਨੀ ਆ। ਆਪਣੇ ਲੋਕਾਂ ਨੂੰ ਕਿਹਾ ਵੀ ਸਿੱਖੋ, ਤੁਸੀਂ ਚੁਣੋ ਇਹਨਾਂ ਦੋਵਾਂ ਦੇ ਵਿੱਚੋਂ, ਕਿਰਪਾਨ ਚੁਣਨੀ ਆ ਕਿ ਝਾੜੂ ਚੁਣਨਾ ਵਾ। ਸੋ ਇਹ ਸਿੰਬਲ ਜਿਹੜਾ ਵਾ, ਸੋ ਇਹ ਜਿਹੜੀ ਸਿੰਬੋਲਿਜ਼ਮ ਆ, ਇਹ ਮੇਰੇ ਖਿਆਲ ਸਿਮਰਨਜੀਤ ਮਾਨ ਦੇ ਐਟਲੀਸਟ ਇੱਕ ਵੋਟਰ ਦੇ ਇੱਕ ਸੈਗਮੈਂਟ ਦੇ ਵਿੱਚ ਇਹ ਬਹੁਤ ਵੱਡੀ ਪਾਵਰਫੁਲ ਅਪੀਲ ਰੱਖੂਗੀ। ਅੱਛਾ, ਨਾਲ ਇੱਕ ਸੰਧੂ ਸਾਹਿਬ, ਜੇ ਦੀਪ ਸਿੱਧੂ ਦਾ ਜ਼ਿਕਰ ਚੱਲੇ, ਮੇਰੇ ਨਾਲ 3 ਕਾਲਰ ਨੇ, ਮੈਂ ਦੋਸਤੋ ਬੇਨਤੀ ਕਰ ਦਾਂਗੇ ਬਸ ਇਹੀ 3 ਕਾਲ ਲਵਾਂਗੇ, ਫਿਰ ਅਸੀਂ ਸਮਾਪਤ ਕਰ ਦੇਣਾ। ਸੁਖਪਾਲ ਜੀ ਨੇ ਅਗਲੇ ਕਾਲਰ, ਸਰਬਜੀਤ ਸਿੰਘ ਤੇ 0340। ਸੋ ਬੇਨਤੀ ਹੈ ਜੀ ਕੋਈ ਹੋਰ ਕਾਲ ਨਾ ਕਰਿਓ, ਇਹੀ 3 ਕਾਲ ਲੈ ਕੇ ਤਾਂ ਆਪਾਂ ਸਮਾਪਤ ਕਰਦੇ ਹਾਂ। ਪਰ ਸਿਰਫ 30 ਸੈਕਿੰਡ ਦੇ ਵਿੱਚ ਇੱਕ ਸਵਾਲ ਹੋਰ ਪੁੱਛਦੇ ਹੋਏ ਸੰਧੂ ਸਾਹਿਬ ਆਪਾਂ ਅਗਲੇ ਕਾਲ ਤੇ ਚੱਲਦੇ ਹਾਂ ਕਿ ਜਿਹੜੀ ਮੈਂ ਆਪਣੇ ਲਾਈਫ ਸਪੈਨ ਦੇ ਵਿੱਚ ਜੇ ਮੈਂ ਦੇਖਾਂ, ਓਬਜ਼ਰਵ ਕਰਾਂ, ਕਈ ਵਾਰੀ ਅਸੀਂ ਜਜ਼ਬਾਤੀ ਹੋ ਜਾਈਦਾ, ਅਸੀਂ ਇਮੋਸ਼ਨਲ ਹੋ ਕੇ ਕੁਛ ਚੀਜ਼ਾਂ ਨੂੰ ਆਪਾਂ ਉਹਨਾਂ ਦੇ ਨਾਲ ਜੁੜ ਜਾਈਦਾ। ਹੋ ਸਕਦਾ ਮੈਂ ਵੀ ਜਜ਼ਬਾਤੀ ਤੌਰ ਤੇ ਇਹ ਗੱਲ ਕਹਿਣ ਲੱਗਿਆ ਹੋਵਾਂ ਕਿ ਪਰ ਅੱਜ ਤੱਕ ਮੈਂ ਨਹੀਂ ਸੀ ਕਦੀ ਵੀ ਦੇਖਿਆ ਕਿ ਆਪ ਮੁਹਾਰੇ ਇਸ ਤਰੀਕੇ ਦੇ ਨਾਲ ਲੋਕ ਭੁੱਬਾਂ ਮਾਰ ਕੇ ਰੋ ਰਹੇ ਹੋਣ। ਨਾਟ ਓਨਲੀ ਆਮ ਲੋਕਾਂ ਦੀ ਗੱਲ, ਮੈਂ ਮੀਡੀਆ ਵਾਲੇ ਰੋਂਦੇ ਦੇਖੇ ਸਰ, ਮੀਡੀਆ ਵਾਲਿਆਂ ਦੀਆਂ ਅੱਖਾਂ 'ਚ ਪਾਣੀ ਦੇਖਿਆ। ਅੱਜ ਤੱਕ ਮੈਂ ਇਸ ਤਰ੍ਹਾਂ ਦਾ ਦ੍ਰਿਸ਼ ਜਿਹੜਾ ਪਹਿਲਾਂ ਨਹੀਂ ਕਦੀ ਵੀ ਦੇਖਿਆ ਜੀ। ਤੁਹਾਡਾ ਇਹਦੇ ਤੇ ਕੀ ਕੌਮੈਂਟ ਹੈ? ਬਿਲਕੁਲ ਸਹੀ ਗੱਲ ਹੈ ਜੀ। ਇਨਫੈਕਟ ਬਹੁਤ ਲੋਕੀ ਜਿਹੜੇ ਦੀਪ ਸਿੱਧੂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਸਨ, ਉਹਨਾਂ ਨੇ ਵੀ ਬਹੁਤ ਅਫਸੋਸ ਜ਼ਾਹਿਰ ਕੀਤਾ ਵਾ। ਔਰ ਜਿਹੜੀ ਉਹਦੀ ਲਾਸਟ ਰਾਈਟ ਕ੍ਰਿਮੇਸ਼ਨ ਸੀਗੀ, ਉੱਥੇ ਉਹਨੂੰ ਬਹੁਤ ਲੋਕਾਂ ਨੇ ਕੌਮ ਦਾ ਹੀਰਾ ਦੱਸਿਆ ਵਾ। ਉਹਦਾ ਕਾਰਨ ਇਹ ਆ ਕਿ ਉਹ ਇਹਦੇ 'ਚ ਕੋਈ ਸ਼ੱਕ ਨਹੀਂ, ਤੁਸੀਂ ਉਹਨਾਂ ਨਾਲ ਸਹਿਮਤ ਹੋ ਜਾਂ ਨਾ ਹੋ, ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਕਿ ਉਹ ਇਤਿਹਾਸਿਕ ਭੂਮਿਕਾ ਦੀ ਗੱਲ ਕਰਦੇ ਸੀ। ਉਹ ਪੰਜਾਬ ਦੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਸੀ, ਸਿੱਖ ਪਹਿਚਾਣ ਦੀ ਗੱਲ ਕਰਦੇ ਸੀ। ਸੋ ਇਹਨਾਂ ਮਸਲਿਆਂ ਕਰਕੇ ਲੋਕਾਂ ਨੂੰ ਲੱਗਦਾ ਸੀਗਾ ਵੀ ਉਹ ਇੱਕ ਜੋ ਕਹਿੰਦਾ ਵਾ ਉਹੀ ਕਰਦਾ ਵਾ। ਔਰ ਨਾਲ ਲੋਕਾਂ ਨੂੰ ਇਹ ਵੀ ਲੱਗਦਾ ਵਾ ਕਿ ਜੇ ਉਹ ਕਹਿੰਦਾ ਸੀਗਾ ਕਿ ਮੈਨੂੰ ਮਰਵਾਤਾ ਜਾਊਗਾ, ਔਰ ਕਿਤੇ ਇਹ ਨਾ ਹੋਇਆ ਹੋਵੇ ਵੀ ਉਹਨੂੰ ਮਰਵਾ ਹੀ ਦਿੱਤਾ ਗਿਆ ਹੋਵੇ। ਸੋ ਇਸ ਕਰਕੇ ਕਈ ਗੱਲਾਂ ਬਣ ਗਈਆਂ ਇਹਦੇ ਵਿੱਚ। ਇੱਕ ਤੇ ਜੋ ਕੁਛ ਉਹ ਕਹਿੰਦਾ ਰਿਹਾ, ਇੱਕ ਸਟਾਰ ਆਪ ਅਦਾਕਾਰ ਵੀ ਸੀ,
ਇੱਕ ਸਟਾਰ ਵੀ ਸੀ ਆਪਣੀ ਰਾਈਟ ਦੇ ਵਿੱਚ। ਫਿਰ ਉਹਦੀ ਕਿਸਾਨ ਅੰਦੋਲਨ ਵਾਲੇ ਭੂਮਿਕਾ ਨੇ ਵੀ ਕੋਈ ਫੈਨ ਫੋਲੋਇੰਗ ਬਣਾਈ। ਉਸ ਤੋਂ ਇਲਾਵਾ ਜਿਹੜੀ ਹਾਂ ਗੱਲ ਸੀਗੀ ਕਿ ਮੇਰਾ ਨੁਕਸਾਨ ਹੋ ਸਕਦਾ, ਫਿਰ ਨੁਕਸਾਨ ਹੋ ਜਾਣਾ ਜਿਹੜਾ ਵਾ, ਇਹ ਕਈ ਗੱਲਾਂ ਰਲ ਗਈਆਂ ਔਰ ਉਹਦੇ ਕਰਕੇ ਵਾਕਈ I think he has become a larger than life figure at this point of time. ਜੀ ਸੋ ਦੋਸਤੋ 3 ਕਾਲਸ ਲਵਾਂਗੇ, 5 ਮਿੰਟ ਨੇ ਆਪਣੇ ਕੋਲ ਤੇ ਬੇਨਤੀ ਹੋਣੀ ਹੈ ਕਿ ਦੋਸਤੋ ਬਹੁਤ ਬਰੀਫ ਰੱਖਿਓ ਤੇ ਆਪਾਂ ਵਿਦਨ 5 ਮਿੰਟਸ ਫਿਰ ਆਪਾਂ ਸਟੇਸ਼ਨ ID ਦਾ ਵੀ ਸਮਾਂ ਹੋ ਜਾਣਾ ਤੇ ਸਮਾਪਤ ਕਰਾਂਗੇ। ਸੁਖਪਾਲ ਸਰਾਂ ਸਾਹਿਬ ਨੇ ਸਾਡੇ ਅਗਲੇ ਕਾਲਰ। ਹਾਂਜੀ ਸੁਖਪਾਲ ਜੀ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਦੋ ਸਵਾਲ ਨਿਕਲੇ ਕਿ ਇੱਕ ਤਾਂ ਮੈਂ ਪੁੱਛਣਾ ਵੀ MLA ਦੀ ਸਿਕਿਉਰਿਟੀ ਕਿੰਨੀ ਹੈ ਤੇ ਇੱਕ ਜਿਹੜਾ ਖਰਚਾ ਕਰਦੇ ਆ ਪਰਸਨਲ ਆਪ ਦਾ ਖਰਚਾ ਕਰਦੇ ਆ ਪੁੱਛਣਾ ਚਾਹੁੰਦਾ ਮੈਂ ਕਮਲ ਸਿੰਘ। MLA ਦੀ ਸਿਕਿਉਰਿਟੀ ਜਿਹੜੀ ਆ ਹਰ MLA ਨੂੰ 4 ਗਨਮੈਨ ਮਿਲਦੇ ਆ। ਹਾਂਜੀ। ਦੋ ਡਿਊਟੀ ਤੇ ਹੁੰਦੇ ਆ ਤੇ 2 ਜਿਹੜੇ ਨੇ ਉਹ ਬਾਈ ਟਰਨ ਹੁੰਦੇ ਆ। ਸੋ ਐਟ ਵਨ ਪੁਆਇੰਟ ਆਫ ਟਾਈਮ ਹਰ MLA ਨੂੰ ਦੋ ਸਿਕਿਉਰਿਟੀ ਗਾਰਡ ਮਿਲਦੇ ਆ। ਪਰ ਕੁਝ ਲੋਕਾਂ ਨੂੰ ਜ਼ਿਆਦਾ ਸਿਕਿਉਰਿਟੀ ਮਿਲੀ ਆ, ਉਹ ਜਿਹੜੀ ਉਹਨਾਂ ਦੀ ਸਿਕਿਉਰਿਟੀ ਥ੍ਰੈਟ ਦੇ ਹਿਸਾਬ ਦੇ ਨਾਲ। ਕੁਝ MLAs ਨੇ, 1-2 MLAs ਨੇ, ਜਿਵੇਂ ਮੈਂ ਪਹਿਲੇ 2 ਸਾਲ ਸਿਕਿਉਰਿਟੀ ਨਹੀਂ ਸੀ ਲਈ, ਨਾਜ਼ਰ ਸਿੰਘ ਮਾਨਸਈਆ ਨੇ ਸਿਕਿਉਰਿਟੀ ਨਹੀਂ ਸੀ ਲਈ, ਲੇਕਿਨ ਬਾਅਦ ਦੇ ਵਿੱਚ ਸਿਕਿਉਰਿਟੀ ਲੈਣੀ ਪਈ ਕਿਉਂਕਿ ਕਈ ਲੋਕੀ ਜਦੋਂ ਜਾਈਦਾ ਸੀ ਹਲਕਿਆਂ ਦੇ ਵਿੱਚ ਜਾਂ ਬਾਹਰ ਜਾਈਦਾ ਸੀ ਲੋਕੀ ਗੱਲ ਪੈਂਦੇ ਸੀ ਕਈ ਵਾਰ। ਪਹਿਲੀ ਗੱਲ ਤੇ ਸਿਕਿਉਰਿਟੀ ਦੀ। ਦੂਸਰੀ MLA ਦੀ ਜਿਹੜੀ ਤਨਖਾਹ ਵਾ ਉਹ ਟੋਟਲ 83,000 ਆ, 83,000। ਇਹਦੇ ਵਿੱਚ ਅਸਲੀ ਤਨਖਾਹ ਜਿਹੜੀ ਆ ਉਹ ਸਿਰਫ 25,000 ਆ ਔਰ ਬਾਕੀ ਭੱਤੇ ਆ, ਕੋਈ ਕੌਂਸਟੀਟਿਊਂਸੀ ਅਲਾਊਂਸ ਵਗੈਰਾ ਵਗੈਰਾ। ਔਰ ਇਸ ਤੋਂ ਇਲਾਵਾ ਉਹਨੂੰ ਇੱਕ ਸਿਕਿਉਰਿਟੀ ਵਹੀਕਲ ਮਿਲਦੀ ਆ, ਸਿਕਿਉਰਿਟੀ ਜਿਹੜੇ ਆ ਗਾਰਡ ਉਹਨੂੰ ਮਿਲੇ ਹੁੰਦੇ ਆ ਉਹਦੇ ਵਾਸਤੇ, ਔਰ ਉਹਦਾ ਪੈਟਰੋਲ ਦਾ ਖਰਚ ਮਿਲਦਾ ਵਾ ਔਰ ਉਹਨੂੰ ਇੱਕ ਡਰਾਈਵਰ ਮਿਲਦਾ ਵਾ ਜਾਂ ਉਹਨੂੰ ਡਰਾਈਵਰ ਦੇ ਬਦਲੇ 10,000 ਰੁਪਇਆ ਮਿਲਦਾ ਵਾ। ਔਰ ਇਸ ਤੋਂ ਇਲਾਵਾ ਉਹਨੂੰ ਇੱਕ PA ਮਿਲਦਾ ਵਾ ਜਿਹਨੂੰ 10,000 ਰੁਪਇਆ ਤਨਖਾਹ ਮਿਲਦੀ ਹੈ। ਸੋ ਇਹ ਟੋਟਲ ਬੈਨੀਫਿਟਸ ਨੇ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਕੋਈ MLA ਲੈਡ ਫੰਡ ਹੈ ਨਹੀਂ, ਜਿਵੇਂ MP ਲੈਡ ਫੰਡ ਹੁੰਦਾ ਵਾ। MLA ਆਪਣੇ ਹਲਕੇ ਦੇ ਵਿੱਚ ਕੋਈ ਖਰਚ ਕਰ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਕੋਈ ਫੰਡ ਨਹੀਂ ਹੁੰਦਾ। ਅੱਛਾ ਜੀ, ਸਰਕਾਰੀ ਫੰਡ ਨਹੀਂ ਹੁੰਦਾ ਉਹਦੇ ਕੋਲ? ਨਹੀਂ ਜੀ। ਥੈਂਕ ਯੂ। ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਨੈਕਸਟ ਕਾਲਰ ਸਾਡੇ 0340। ਹੈਲੋ ਸਤਿ ਸ਼੍ਰੀ ਅਕਾਲ ਗੱਲ ਸਾਹਿਬ, ਸੰਧੂ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ ਤੁਸੀਂ ਡੇਰਿਆਂ ਦੀ ਹੁਣੇ ਗੱਲ ਕਰਦੇ ਸੀਗੇ ਜੀ। ਡੇਰਾ ਪ੍ਰਥਾ ਆਪਣਾ ਬਹੁਤ ਪੁਰਾਣੀ ਚੱਲੀ ਆਉਂਦੀ ਹੈ। ਪਹਿਲਾਂ ਤਾਂ ਇਹਨਾਂ ਦਾ ਫਾਇਦਾ ਹੁੰਦਾ ਸੀ, ਜਦੋਂ ਕਿਤੇ ਸਾਨੂੰ ਸੁਰਤ ਆਈਏ ਵੀ ਐਜੂਕੇਸ਼ਨ ਦਾ ਕੰਮ ਵੀ ਕਰ ਲੈਂਦੇ ਸੀ, ਫਿਰ ਮੈਡੀਸਨ ਦਾ ਕੰਮ ਵੀ ਕਰ ਲੈਂਦੇ ਸੀ, ਬਹੁਤ ਵਿਦਿਆ ਵੀ ਦਿੰਦੇ ਸੀ, ਧਾਰਮਿਕ ਜਿਹੜੇ ਧਰਮ ਨਾਲ ਜੁੜੇ ਹੁੰਦੇ ਸੀ ਉਹ ਧਰਮ ਬਾਰੇ ਵੀ ਜਾਣਕਾਰੀ ਦਿੰਦੇ ਸੀ, ਜਿਹੜੇ ਕਿ ਮਤਲਬ ਪੰਜਾਬ ਦੀ ਜਨਤਾ ਵਾਸਤੇ ਬਹੁਤ ਚੰਗੇ ਸੀ ਤੇ ਬਹੁਤ ਜ਼ਰੂਰੀ ਸੀ ਕਿਉਂਕਿ ਉਦੋਂ ਗੌਰਮੈਂਟ ਤਾਂ ਕਰਦੀ ਨਹੀਂ ਸੀ ਇੰਨਾ ਕੁਛ ਜੀ। ਲੇਕਿਨ ਮੇਰਾ ਖਿਆਲ ਹੈ ਤਕਰੀਬਨ 80 ਤੋਂ ਬਾਅਦ ਡੇਰਿਆਂ ਨੂੰ ਮਿਸਯੂਜ਼ ਕਰਨ ਲੱਗ ਪਿਆ। ਮਿਸਯੂਜ਼ ਵੀ ਇੰਨਾ ਕਰਨ ਲੱਗ ਪਏ ਕਿ ਡੇਰੇ ਵੀ ਇੱਕ ਵਿਹਲੜ ਬੰਦਿਆਂ ਦੀ ਤੇ ਜਿਹੜਾ ਦੂਜਾ ਸੀ ਇਹਨਾਂ ਦਾ ਮਤਲਬ ਆਪਣੀ ਪ੍ਰਾਪਰਟੀ ਬਣਾਉਣ ਤੇ ਖਿਆਲ ਹੋ ਗਿਆ ਤੇ ਜਿਹੜੇ ਅਸਲੀ ਕੰਮਾਂ ਤੋਂ ਇਹ ਪਿੱਛੇ ਹਟ ਗਏ ਤੇ ਡੇਰੇ ਨੂੰ ਪ੍ਰਫੁੱਲਤ ਕਰਨ ਵਾਸਤੇ ਜਿਹੜੇ ਗਰੀਬਾਂ ਦਾ ਪਹਿਲਾਂ ਸਹਾਇਤਾ ਕਰਦੇ ਸੀ ਗਰੀਬਾਂ ਦਾ ਖੂਨ ਜ਼ਿਆਦਾ ਚੂਸਣ ਲੱਗ ਪਏ। ਜਿਹੜਾ ਜਿਹਨੂੰ ਮਾੜੀ ਮੋਟੀ ਸੁਰਤ ਆਉਂਦੀ ਗਈ, ਪੜ੍ਹਾਈ ਤੋਂ ਆਉਂਦੀ ਗਈ ਜਾਂ ਕਿਸ ਤਰ੍ਹਾਂ ਆਉਂਦੀ ਗਈ, ਜਿਹੜੀ ਜਾਗਰੂਕਤਾ ਆਉਂਦੀ ਉਹ ਦੂਰ ਹੁੰਦੇ ਗਏ। ਜਿਹੜੇ ਦੂਜੇ ਸੀ ਵਿਚਾਰੇ ਜਿਹਨਾਂ ਨੂੰ ਨਾ ਸਰਕਾਰ ਨੇ ਸੰਭਾਲਿਆ ਨਾ ਕਿਸੇ ਨੇ ਸੰਭਾਲਿਆ। ਸੋ ਇਸ ਕਰਕੇ ਵੀ ਇਹ ਪ੍ਰਥਾ ਤਾਂ ਚੰਗੀ ਸੀ ਪਰ ਇਹ ਪ੍ਰਥਾ ਨੂੰ ਪ੍ਰੈਜੈਂਟ ਹਾਲਤ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ, ਜਿਵੇਂ ਤੁਸੀਂ ਕਹਿੰਦੇ ਹਰ ਬੰਦਾ ਭਾਵੇਂ ਵੱਡੇ ਤੋਂ ਵੱਡਾ ਹੈ, ਜਦੋਂ ਕੰਮ ਲੈਣ ਵਾਸਤੇ ਇਹਨਾਂ ਦੇ ਪੈਰਾਂ ਤੇ ਜਾ ਡਿੱਗਦਾ, ਜਦੋਂ ਉਰਲੇ ਪਾਸੇ ਹੁੰਦਾ ਸਭ ਕੁਝ ਹੁੰਦਾ। ਜਿਵੇਂ ਹਰਿਆਣਾ ਵਾਲਿਆਂ ਨੇ 50 ਲੱਖ ਜਾ ਕੇ ਮੱਥੇ ਹੀ ਟੇਕ ਦਿੱਤਾ ਸੀਗਾ। ਸੋ ਇਹ ਹੈ ਤਾਂ ਸਾਡਾ ਟੈਕਸ ਦਾ ਪੈਸਾ, ਪਰ ਇਹ ਪ੍ਰਥਾ ਖਤਮ ਹੋਣੀ ਚਾਹੀਦੀ ਹੈ ਜਾਂ ਇਸ ਦਾ ਸੁਧਾਰ ਹੋਣਾ ਚਾਹੀਦਾ ਹੈ ਜਾਂ ਇਹਦੇ ਬਿਨਾਂ ਪੰਜਾਬ ਦਾ ਸਰਦਾ ਨਹੀਂ। ਠੀਕ ਹੈ ਜੀ, ਠੀਕ ਹੈ, ਬਹੁਤ ਸ਼ੁਕਰੀਆ। ਇਹਦੇ ਤੇ ਇਸ ਤਰ੍ਹਾਂ ਦੇਖੋ, ਡੇਰੇ ਬੜੇ ਪੁਰਾਣੇ ਆ। ਜਿਹੜਾ ਡੇਰਾ ਬਿਆਸ ਆ ਇਹ ਕਰੀਬ 130 ਸਾਲ ਪੁਰਾਣਾ ਡੇਰਾ ਵਾ। ਮੈਨੂੰ ਯਾਦ ਆ, ਪੜ੍ਹਿਆ ਇਹਦੇ ਬਾਰੇ ਮੈਂ, ਬਾਬਾ ਜੈਮਲ ਸਿੰਘ ਨੇ ਬਣਾਇਆ ਸੀਗਾ। ਔਰ ਇਹ ਸਹੀ ਗੱਲ ਹੈ ਕਿ ਇਹਨਾਂ ਦੀ ਕੋਲ ਇੱਕ ਅੰਦਾਜ਼ੇ ਮੁਤਾਬਕ ਕਰੀਬ 3,000 ਕਰੋੜ ਦੀ ਇਸ ਵੇਲੇ ਪ੍ਰਾਪਰਟੀ ਆ। ਚੰਗਾ ਕੰਮ ਵੀ ਕਰ ਰਹੇ ਆ, ਇਹ ਕਿਸੇ ਵਿਵਾਦ 'ਚ ਹੁਣ ਤੱਕ ਨਹੀਂ ਪਏ। ਇਹਨਾਂ ਦੇ ਇਲਜ਼ਾਮ ਲੱਗੇ ਆ ਜ਼ਰੂਰ ਪਏ, ਇਹਨਾਂ ਲੋਕਾਂ ਦੀ ਜ਼ਮੀਨ ਜਮੂੰਜੀ ਨੱਪੀ ਆ, ਲੇਕਿਨ ਉੱਥੇ ਇੱਕ ਤੇ ਬਹੁਤ ਕਾਮਯਾਬ ਹਸਪਤਾਲ ਚਲਾ ਰਹੇ। ਉਹ ਸਾਰੇ ਇਲਾਕੇ ਨੂੰ ਉਸ ਹਸਪਤਾਲ ਦਾ ਬਹੁਤ ਵੱਡਾ ਫਾਇਦਾ ਵਾ। ਔਰ ਇਹ ਕਿਸੇ ਕੰਟਰੋਵਰਸੀ 'ਚ ਨਹੀਂ ਪੈਂਦੇ। ਔਰ ਇਹ ਜਿਹੜੇ ਇਹਨਾਂ ਦੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ, ਉਹਨਾਂ ਨੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਦਰਬਾਰ ਸਾਹਿਬ ਜਾ ਕੇ ਕਈ ਵਾਰ ਉੱਥੇ ਜਾ ਕੇ ਮੱਥਾ ਟੇਕਦੇ, ਆਪਣੇ ਆਪ ਨੂੰ ਸਮਰਪਿਤ ਕਰਦੇ ਹੋ। ਸਿਰਸਾ ਡੇਰਾ ਜਿਹੜਾ ਵਾ, ਜਿਹੜਾ ਇਸ ਵੇਲੇ ਬਹੁਤ ਵੱਡੇ ਵਿਵਾਦ 'ਚ ਆ,
ਸਮਾਜਿਕ ਕੰਮ ਉਹਨੇ ਵੀ ਬੜੇ ਕੀਤੇ ਔਰ ਸ਼ਾਇਦ ਪਪੂਲਰ ਵੀ ਇਸੇ ਕਰਕੇ ਹੋਇਆ। ਉਹਨੇ ਗਰੀਬਾਂ ਦੀ ਮਦਦ ਵੀ ਕੀਤੀ, ਸਭ ਕੁਝ ਕੀਤਾ। ਪਰ ਫਿਰ ਉਹ ਜਦੋਂ ਕੋਈ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਅਹੁਦਾ ਮਿਲ ਜਾਵੇ ਫਿਰ ਉਹਦਾ ਮਿਸਯੂਜ਼ ਵੀ ਹੁੰਦਾ। ਔਰ ਇਹੋ ਹੀ ਕੰਮ ਗੁਰਮੀਤ ਰਾਮ ਰਹੀਮ ਨੇ ਕੀਤਾ ਔਰ ਫਿਰ ਉਹਦੇ ਕਰਕੇ ਬਦਨਾਮ ਹੋ ਗਿਆ। ਜਿਹੜੀ ਇਹ ਭਾਈ ਸਾਹਿਬ ਨੇ ਗੱਲ ਕਹੀ ਆ ਵੀ ਇਹਨਾਂ ਨੂੰ ਖਤਮ ਕੀਤਾ ਜਾਏ, ਦੇਖੋ ਖਤਮ ਕਰਨਾ ਤੇ ਮੁਸ਼ਕਿਲ ਆ ਕਿਉਂਕਿ ਆਜ਼ਾਦੀ ਹੈ, ਲੋਕਤੰਤਰ ਹੈ ਆਪਣੇ ਮੁਲਕ ਦੇ ਵਿੱਚ, ਲੇਕਿਨ ਇਹਨਾਂ ਡੇਰਿਆਂ ਦਾ ਆਡਿਟ ਜ਼ਰੂਰ ਹੋਣਾ ਚਾਹੀਦਾ ਵਾ। ਇਹਨਾਂ ਨੂੰ ਜੋ ਚੜਾਵਾ ਚੜ੍ਹਦਾ ਵਾ ਉਹਦਾ ਆਡਿਟ ਜਿਹੜਾ ਵਾ ਉਹ ਜੇ ਸ਼ੁਰੂ ਹੋ ਜਾਵੇ ਤੇ ਉਹਦੇ ਨਾਲ ਇਹਨਾਂ ਦੇ ਉੱਤੇ ਕੋਈ ਨਾ ਕੋਈ ਕੰਟਰੋਲ ਜ਼ਰੂਰ ਹੋਵੇਗਾ। ਪਰ ਉਹਦਾ ਡਰ ਇਹ ਆ ਵੀ ਫਿਰ ਹੋ ਸਕਦਾ ਇਹਨਾਂ ਦੇ ਉੱਤੇ ਫਿਰ ਸਰਕਾਰੀ ਕੰਟਰੋਲ ਵੱਧ ਜਾਵੇ। ਜੀ ਅੱਛਾ ਸਰ ਸਾਹਿਬ, ਜਾਂਦੇ ਜਾਂਦੇ ਹੁਣ ਆਪਾਂ ਕਨਕਲੂਡ ਕਰਦੇ ਹੋਏ ਇੱਕ ਮਿੰਟ ਹੋਰ ਆਪਾਂ ਲੈ ਲੈਂਦੇ ਤੁਹਾਡਾ। ਅੱਜ ਜਿਹੜੀ ਗੱਲਬਾਤ ਹੋਣੀ ਹੁਣ ਉਸ ਤੋਂ ਬਾਅਦ ਆਪਾਂ ਵੋਟਾਂ ਤੋਂ ਬਾਅਦ ਆ ਕੇ ਮਿਲਣਾ। ਸੋ NRIs ਦਾ ਕੋਈ ਪ੍ਰਭਾਵ ਜਿਹੜਾ ਤੁਹਾਨੂੰ ਲੱਗਦਾ ਹੋਵੇ ਜਾਂਦੇ ਜਾਂਦੇ ਵੀ ਹਾਂ ਇਸ ਵੇਲੇ ਜਿਹੜੇ ਸਾਡੇ ਸਰੋਤੇ ਆ ਸੁਣ ਰਹੇ ਨੇ, ਕੀ ਕੋਈ ਪ੍ਰਭਾਵ ਪਾ ਸਕਦੇ ਨੇ, ਪਾਉਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ, ਕੀ ਸੋਚਦੇ ਹੋ ਉਹਨਾਂ ਬਾਰੇ? NRIs ਕਾਫੀ ਸਾਲਾਂ ਤੋਂ ਬੜੇ ਚਿੰਤਿਤ ਨੇ ਪੰਜਾਬ ਬਾਰੇ। 2012 ਤੋਂ ਉਹ ਇਸ ਭਾਲ ਦੇ ਵਿੱਚ ਨੇ ਵੀ ਪੰਜਾਬ 'ਚ ਬਦਲਾਵ ਆਵੇ। 2011-12 ਤੋਂ ਉਦੋਂ ਪੀਪਲਸ ਪਾਰਟੀ ਨੂੰ ਉਹਨਾਂ ਨੇ ਬੜਾ ਉਹਦਾ ਸਾਥ ਦਿੱਤਾ, ਹਰ ਤਰੀਕੇ ਨਾਲ ਸਾਥ ਦਿੱਤਾ। 2017 ਦੇ ਵਿੱਚ ਆਪ ਦਾ ਬਹੁਤ ਸਾਥ ਦਿੱਤਾ ਔਰ ਉਸ ਤੋਂ ਬਾਅਦ ਫਿਰ ਉਹ ਨਿਰਾਸ਼ ਹੋ ਗਏ। ਇਸ ਵਾਰੀ ਜਿੰਨੇ ਵੱਡੇ ਸਕੇਲ ਤੇ ਆਪ ਦੀ 17 'ਚ ਮਦਦ ਹੋਈ ਸੀ ਉਹ ਇਸ ਵਾਰੀ ਆਪ ਦੀ ਨਹੀਂ ਹੋ ਰਹੀ। NRI ਮਦਦ ਕਰਨਾ ਚਾਹੁੰਦੇ ਸੀਗੇ ਕਿਸਾਨਾਂ ਦੀ ਜਾਂ ਕਿਸਾਨੀ ਜਥੇਬੰਦੀ ਦੀ ਜਾਂ ਪਾਰਟੀ ਦੀ, ਲੇਕਿਨ ਉਹ ਪਾਰਟੀ ਇੰਨੀ ਲੇਟ ਚੋਣ ਮੈਦਾਨ 'ਚ ਆਈ ਕਿ ਉਹ ਮਦਦ ਵੱਡੇ ਪੱਧਰ ਤੇ ਕਰ ਨਹੀਂ ਸਕੇ। ਕੁਝ NRI ਜਿਹੜੇ ਨੇ, ਕੁਝ ਪਾਰਟੀਆਂ ਦੇ ਤੇ NRI ਵਿੰਗ ਆ, ਉਹ ਤੇ ਜਿਹੜੇ ਵਿੰਗ ਨੇ ਉਹ ਤੇ ਆਪਣੀ ਆਪਣੀ ਪਾਰਟੀ ਦੀ ਮਦਦ ਕਰ ਹੀ ਰਹੇ, ਜਿਵੇਂ ਓਵਰਸੀਜ਼ ਕਾਂਗਰਸ ਆ ਵਗੈਰਾ ਵਗੈਰਾ। ਲੇਕਿਨ ਕੁਝ NRIs ਜਿਹੜੇ ਸੀ ਉਹ ਨਵਜੋਤ ਸਿੱਧੂ ਨੂੰ ਪਸੰਦ ਕਰਦੇ ਸੀ ਔਰ ਉਹਦੀ ਉਹਨਾਂ ਨੇ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ। ਕੁਝ NRIs ਗਏ ਵੀ ਉੱਥੇ ਉਹਦੇ ਕੋਲ, ਲੇਕਿਨ ਕਿਉਂਕਿ ਨਵਜੋਤ ਸਿੱਧੂ ਨੂੰ ਦਾ ਕਾਂਗਰਸ ਨੇ ਇਸਤੇਮਾਲ ਨਹੀਂ ਕੀਤਾ, ਸੋ ਇਸ ਕਰਕੇ ਮੇਰੇ ਖਿਆਲ ਹੈ NRI ਜਿਹੜੇ ਨੇ ਇਸ ਗੱਲ ਤੋਂ ਵੀ ਨਿਰਾਸ਼ ਨੇ ਔਰ NRIs ਦਾ ਉਨਾ ਵੱਡਾ ਪ੍ਰਭਾਵ ਇਹਨਾਂ ਚੋਣਾਂ ਤੇ ਨਹੀਂ ਹੋਵੇਗਾ, ਨਹੀਂ ਹੈ ਜਿਹੜਾ ਪਿਛਲੀਆਂ 2 ਚੋਣਾਂ ਦੇ ਵਿੱਚ ਸੀ। ਜੀ ਹਰਜਿੰਦਰ, ਪਰ ਕੀ ਰੋਲ ਕੀ ਨਿਭਾਉਣਾ ਚਾਹੀਦਾ, ਤੁਸੀਂ ਕੀ ਗਾਈਡ ਕਰੋਗੇ? ਰੋਲ ਇਸ ਤਰ੍ਹਾਂ ਜੀ ਕਿ ਬਿਲਕੁਲ ਜੇ ਪੰਜਾਬ ਸਰਕਾਰ ਨਾਲ ਮਿਲ ਕੇ ਚੱਲਣ ਤੇ ਜੇ ਪੰਜਾਬ ਸਰਕਾਰ NRIs ਨੂੰ ਸਟੇਕ ਹੋਲਡਰ ਬਣਾ ਸਕੇ, ਪਹਿਲਾਂ ਤੇ ਉਹਨਾਂ ਦੀਆਂ ਇਨਵੈਸਟਮੈਂਟਸ ਨੂੰ ਇਨਕਰੇਜ ਕਰ ਸਕੇ, ਉਹਨਾਂ ਨੂੰ ਸਟੇਕ ਹੋਲਡਰ ਬਣਾ ਸਕੇ। ਜਿਵੇਂ ਪਿੰਡਾਂ ਦੇ ਵਿੱਚ ਇੱਕ ਪਹਿਲਾਂ ਸਕੀਮ ਚੱਲੀ ਸੀ ਕਿ ਤੁਸੀਂ 30% ਪੈਸਾ ਦਿਓ, 70% ਪੰਜਾਬ ਸਰਕਾਰ ਦੇਊਗੀ। ਉਹ ਸਕੀਮ ਫੇਲ ਹੀ ਹੋ ਗਈ ਕਿਉਂਕਿ ਪੰਜਾਬ ਸਰਕਾਰ ਨੇ ਉਹ 70% ਦਿੱਤਾ ਹੀ ਨਹੀਂ। ਉਹ 30% ਜਿਹੜਾ ਬਾਹਰੋਂ ਆਇਆ ਸੀ ਉਹਦੇ ਨਾਲ ਗਲੀਆਂ ਪੁੱਟੀਆਂ ਤੇ ਗਈਆਂ ਤੇ ਉਹ 70% ਆਇਆ ਨਹੀਂ, ਉਹ ਗਲੀਆਂ ਪੁੱਟੀਆਂ ਹੀ ਰਹਿ ਗਈਆਂ। ਸੋ ਇਹਦੇ ਥਾਂ ਤੇ ਜੇ ਕਿਤੇ ਉਲਟਾ ਹੁੰਦਾ ਵੀ 70% NRI ਦੇਵੇ ਤੇ 30% ਸਰਕਾਰ ਦੇਊ ਤੇ ਸ਼ਾਇਦ ਇਹ ਕਾਮਯਾਬ ਹੋ ਸਕਦਾ ਸੀ। ਇਹਦੇ ਨਾਲ NRIs ਨੂੰ ਆਪਣੇ ਪਿੰਡਾਂ ਦੇ ਵਿੱਚ ਇਨਵੋਲਵ ਕੀਤਾ ਜਾ ਸਕਦਾ ਵਾ, ਉਹਨਾਂ ਦੇ ਸਟਾਰਟਅਪਸ ਇਨਵੈਸਟਮੈਂਟ ਇਨਕਰੇਜ ਕੀਤੀ ਜਾ ਸਕਦੀ ਹੈ। ਪਰ ਉਹਦੇ ਲਈ ਫਿਰ ਸਿਸਟਮ ਦੇ ਵਿੱਚ ਜਿਹੜੀ ਕਰਪਸ਼ਨ ਹੈ ਉਹ ਖਤਮ ਕਰਨੀ ਪਊਗੀ। ਔਰ ਦੂਸਰਾ ਜਿਹੜਾ ਬੜੇ ਸਰਕਾਰਾਂ ਨੇ ਵਾਅਦੇ ਕੀਤੇ ਆ ਵੀ NRIs ਦੇ ਜਿਹੜੇ ਮਸਲੇ ਆ, ਪ੍ਰਾਪਰਟੀਜ਼ ਦੇ ਮਸਲੇ, ਜਾਇਦਾਦਾਂ ਦੇ ਮਸਲੇ, ਉਹ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ। NRI ਸਭਾ ਬਣੀ, NRI ਪੁਲਿਸ ਸਟੇਸ਼ਨ ਬਣੇ, ਲੇਕਿਨ ਹਾਲੀ ਵੀ ਇਹ ਬਹੁਤ ਵੱਡੀ ਮੁਸ਼ਕਿਲ ਆ। ਔਰ ਮੈਂ ਜਦੋਂ MLA ਖਰੜ ਸੀਗਾ, ਮੇਰਾ ਕਾਫੀ ਸਮਾਂ ਪੰਜਾਬ ਦੇ ਜਿਹੜੇ NRIs ਨੇ ਉਹਨਾਂ ਦੇ ਪ੍ਰਾਪਰਟੀ ਦੇ ਮਸਲੇ ਸੀ ਉਹਨਾਂ ਨੂੰ ਫੋਲੋ ਅਪ ਕਰਨ ਦੇ ਵਿੱਚ ਲੱਗ ਗਿਆ। ਮੈਨੂੰ ਬਹੁਤੀ ਕਾਮਯਾਬੀ ਤਾਂ ਨਹੀਂ ਮਿਲੀ ਕਿਉਂਕਿ ਸਿਸਟਮ ਹੀ ਇੰਨਾ ਗੰਦਲਾ ਵਾ, ਲੇਕਿਨ NRI ਜਿਹੜੇ ਆ ਉਹਨਾਂ ਦੀਆਂ ਬਹੁਤ ਸਮੱਸਿਆਵਾਂ ਵਾ ਜਿਹੜੀਆਂ ਕਿਸੇ ਸਰਕਾਰ ਨੇ ਅਜੇ ਤੱਕ ਹੱਲ ਨਹੀਂ ਕੀਤੀਆਂ ਔਰ ਨਾ ਹੀ ਪ੍ਰੋਪਰ ਕਿਸੇ ਨੇ ਕੋਸ਼ਿਸ਼ ਹੀ ਕੀਤੀ ਹੈ। ਅੱਛਾ, ਇੱਥੋਂ ਹੁਣ ਕਾਲਜ ਕਰਕੇ ਤੁਸੀਂ ਕਹਿੰਦੇ ਹੋ ਵੀ NRIs ਜੇਕਰ ਆਪਣੇ ਕਿਸੇ ਪਰਿਵਾਰ ਦੇ ਮੈਂਬਰਸ ਨੂੰ, ਦੋਸਤਾਂ ਮਿੱਤਰਾਂ ਨੂੰ ਕਿਤੇ ਕਹਿਣ ਤਾਂ ਉਹਨਾਂ ਦੇ ਕਹਿਣ ਦੇ ਉੱਤੇ ਉੱਥੇ ਵੋਟਸ ਪਾਉਣ ਲਈ ਲੋਕ ਤਿਆਰ ਹੁੰਦੇ ਆ ਕਿ ਜਾਂ ਜੋ ਡਿਸਾਈਡ ਕੀਤਾ ਉਹ ਬਹੁਤੀ ਮੰਨਦੇ ਨਹੀਂ ਆ? ਨਹੀਂ, ਥੋੜਾ ਬਹੁਤ ਤਾਂ ਫਰਕ ਪੈਂਦਾ ਜੀ। 2-4 NRIs ਦਾ ਤਾਂ ਮੈਨੂੰ ਪਤਾ ਵਾ ਜਿਹੜੇ ਗਏ ਵੀ ਹਨ ਔਰ ਆਪਣੇ ਤਰੀਕੇ ਨਾਲ ਉੱਥੇ ਵੋਟ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਫਰਕ ਇਹਦਾ ਪੈਂਦਾ ਵਾ, ਲੇਕਿਨ ਮੇਰੇ ਖਿਆਲ NRI ਜਿਹੜੇ ਆ ਉਹ ਜ਼ਿਆਦਾ ਇਨਫੋਰਮੇਸ਼ਨ ਹੀ ਲੈਣ ਦੀ ਕੋਸ਼ਿਸ਼ ਕਰ ਰਹੇ ਆ ਵੀ ਉੱਥੇ ਕੀ ਹਾਲਾਤ ਬਣੇ ਆ। ਮੇਰਾ ਨਹੀਂ ਖਿਆਲ ਕਿ ਉਹ ਵੋਟਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ। ਉਹਨਾਂ ਦੀ ਜਿਹੜੀ ਹਮਦਰਦੀ ਆ ਉਹ ਬੇਸਿਕਲੀ ਕਿਸਾਨਾਂ ਦੇ ਨਾਲ ਆ, ਜ਼ਿਆਦਾ ਜਿਹੜੇ ਸੰਯੁਕਤ ਸਮਾਜ ਮੋਰਚੇ ਨਾਲ ਆ। ਪਰ ਉਹ ਕਿਉਂਕਿ ਲੇਟ ਆਇਆ ਚੋਣ ਮੈਦਾਨ ਦੇ ਵਿੱਚ, ਮੇਰਾ ਨਹੀਂ ਖਿਆਲ ਕੋਈ ਬਹੁਤਾ ਉਹ ਫਾਇਦਾ ਉਹਦਾ ਕਰ ਸਕਦੇ ਆ, ਜਾਂ ਉਹਨਾਂ ਦੀ ਹਮਦਰਦੀ ਜਿਹੜੀ ਆ ਉਹ ਨਵਜੋਤ ਸਿੱਧੂ ਦੇ ਨਾਲ ਹੈ, ਜੋ ਮੇਰੀ ਸਮਝ ਹੈ। ਸੋ ਇਸ ਵਾਰ ਤੁਸੀਂ ਸੋਚਦੇ ਹੋ ਕਿ ਵੋਟ ਪਰਸੈਂਟੇਜ ਵਧਣ ਦੇ ਚਾਂਸਸ ਨੇ ਕਿਉਂਕਿ ਜਿੰਨੇ ਵੱਡੇ ਪੱਧਰ ਤੇ ਪ੍ਰਚਾਰ ਹੋ ਰਿਹਾ, ਜਿੰਨੀਆਂ ਪਾਰਟੀਜ਼ ਇਨਵੋਲਵ ਨੇ, ਜਿੰਨੇ ਕੈਂਡੀਡੇਟਸ ਇਨਵੋਲਵ ਨੇ, ਤਾਂ ਵੋਟ ਪਰਸੈਂਟੇਜ ਵਧੇਗੀ ਜਾਂ ਕੀ ਲੱਗਦਾ ਜੀ? ਲੱਗਦਾ ਜੀ ਵੋਟ ਪਰਸੈਂਟੇਜ ਵਧੂਗੀ। ਇੱਕ ਤੇ ਨਵਾਂ ਨੌਜਵਾਨ ਵੋਟਰ ਬਹੁਤ ਬਣ ਗਿਆ ਵਾ, ਇਹ ਪਿਛਲੇ ਕੁਝ ਸਾਲਾਂ ਤੋਂ ਹੀ ਇਹ ਰੁਝਾਨ ਬਣਿਆ ਵਾ ਕਿ 18 ਸਾਲ ਤੋਂ ਬਾਅਦ ਤੁਸੀਂ ਵੋਟ ਪਾ ਸਕਦੇ ਜੇ। ਸੋ ਨਵਾਂ ਵੋਟਰ ਵੀ ਹੈ ਔਰ ਸੋਸ਼ਲ ਮੀਡੀਆ ਦੀ ਜਿਹੜੀ ਕਰਕੇ ਵੀ ਜਿਹੜੀ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਆ, ਉਹਦੇ ਕਰਕੇ ਵੀ ਮੇਰਾ ਮੰਨਣਾ ਵਾ ਕਿ
वोट परसेंटेज ਵਧੂਗੀ। ਹਾਲਾਂਕਿ ਜਿਹੜੀਆਂ यूपी ਤੋਂ ਰਿਪੋਰਟਸ ਆਈਆਂ ਸ਼ਾਇਦ ਫਸਟ ਫੇਜ਼ ਦੀਆਂ ਔਰ ਦੂਜੇ ਫੇਜ਼ ਦੀਆਂ, ਉੱਥੇ ਕੋਈ ਬਹੁਤਾ ਵਾਧਾ ਨਜ਼ਰ ਨਹੀਂ ਆਇਆ। ਠੀਕ ਹੈ ਜੀ। ਸੰਧੂ ਸਾਹਿਬ ਬਹੁਤ ਮਿਹਰਬਾਨੀ ਸਰ, ਅੱਜ ਦੇ ਲਈ ਹੁਣ ਇੱਥੇ ਇਜਾਜ਼ਤ ਲੈਂਦੇ ਹਾਂ। ਤੇ ਗੱਲਾਂ ਤਾਂ ਕਰਨ ਨੂੰ ਦਿਲ ਕਰਦਾ ਸੀ ਹੋਰ ਵੀ ਕਰਦੇ, ਪਰ ਹੁਣ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਮਾਫੀ ਲੈਂਦੇ ਇੱਥੇ। ਤੇ ਹੁਣ ਆਪਾਂ ਵੋਟਾਂ ਤੋਂ ਬਾਅਦ ਮੰਗਲਵਾਰ ਨੂੰ ਜਿਹੜਾ ਸਾਡੀ ਗੱਲਬਾਤ ਦੇ ਲਈ ਦੁਬਾਰਾ ਫਿਰ ਖਿੱਚ ਲਵਾਂਗੇ ਤੁਹਾਨੂੰ। ਧੰਨਵਾਦ ਜੀ, ਧੰਨਵਾਦ, ਥੈਂਕ ਯੂ, ਬਹੁਤ ਸ਼ੁਕਰੀਆ ਜੀ। ਸੋ ਧੰਨਵਾਦ ਸਨ ਕੰਵਰ ਸੰਧੂ ਸਾਹਿਬ। ਸਾਡੀ ਵਿਸ਼ੇਸ਼ ਗੱਲਬਾਤ ਸਿਆਸੀ ਰਮਜ਼ਾਂ ਪੋਲੀਟੀਕਲ ਪਲਸ ਸਾਡਾ ਸੈਗਮੈਂਟ, ਜਿਹਨੂੰ ਅਸੀਂ ਲੈ ਕੇ ਹਾਜ਼ਰ ਹੋਈਦਾ ਹਰ ਮੰਗਲਵਾਰ ਤੇ ਹਰ ਵੀਰਵਾਰ ਨੂੰ। For all the latest updates, please subscribe G Media Group and press the bell icon.